ਸਤਨਾਮ। ਵਾਹਿਗੁਰੂ ਸਾਹਿਬ ਜੀ। ਦੇਵਪੁਰੀ ਮੈਂ ਗਇਓ ਆ ਪਰਮੇਸ਼ਵਰ ਭਾਇਓ। ਹਰ ਸਿੰਘਾਸਣ ਦਿਓ ਸ੍ਰੀ ਗੁਰ ਤਹਿ ਬੈਠਾਇਓ। रहस कियो सुर देव तोहे जासु जय जय जंप। असुर गए ते भाग पाप तिन भीतर कंप। काटे सो पाप तिन नरहों के गुरु रामदास जिन पायो। छतर सिंहासन प्रथमी गुर अर्जुन का दे आयो। धरन गगन नव खंड माह जोत स्वरूपी रहयो भर। भन मथुरा कछ भेद नहीं गुर अर्जुन। प्रतख हर जप्यो जिन अर्जुन देव गुरु। फिर संकट जून गर्भ न आयो। ध्यान दिओ सारी संगत बहुत प्यार विच जुड़ बैठी है। बहुत प्यार विच अमृत बाणी दा जिवें मोहले धार मींह पैंदा इयों कीर्तन दा आनंद प्राप्त किया है। हुण उपरंत अमृत बाणी दी विचार सहज विच जिन्नियां मेरियां भैणां मेरे वीर बैठे ने टका बन जावे। दूर दरेडे माई भाई जी टका बनाओ। सतगुरु जी दे निर्मल भै अंदर साहब जी नूं प्यार विच सीस झुका के दोनों हाथ जोड़ के भिज करके अंदरों प्यार विच गुरु फतेह बुलाओ। आखो जी वाहिगुरु जी का खालसा वाहिगुरु जी की फतेह। कीर्तन की वडियाई है। मौले धार मींह पैंदा है। सतगुरु जी के चरणों च बेनती की सी दाता कीर्तन की वडियाई ते कथा की वडियाई। साहब जी कहते कथा किवें थिमक थिमक ज्यों बूंदा पर है सब धरनी में धरनी धर है। जिस वेले मौले धर मींह पैंदा है तां उच्चे जगह दे उपर कदे पानी नहीं ठहरदा। वो पानी रिड़ के सारे दा सारा थल्ले आ जाता है। महाराज कथा की है? साहब जी कहते थिमक 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 थोड़ी थोड़ी बूंदा बांदी जिन्हों कहते झड़ी लगी हुई। तो जिथे जिथे वो झड़ी वो कणियां पैंदियां ने उत्थे उत्थे वो धरती दे विच समाई जांदियां ने। उत्थे उत्थे वो भेद होई जांदियां ने। जो कथा है जिवें झड़ी लगी हुंदी सहजे सहजे बूंदा बांदी हुंदी है जमीन दे विच समाई जांदी है। कथा ओह आनंद है ओह रस है अंदर शब्द विच भिजदा जांदा है। आखो सतनाम श्री वाहिगुरु। गुरु की अपार बख्शिश कल जो लंघ चुका है। करोड़ां ब्रह्मंडा खंडां दे मालक शब्द गुरु सतगुरु आदि गुरु ग्रंथ साहिब महाराज जियां दा पहला प्रकाश दिहाड़ा लंघ गया है। अज दा दिहाड़ा आया है। अज पंचम गुरुदेव महाराज गुरु अर्जन देव महाराज जियां दा गुरता गद्दी दा सिंघासन आप जी ने अमृत बचन सुने ने। तीसरा अज अस्सू महीने की संगरांद का दिहाड़ा है।
ਮੈਂ ਕੁਝ ਬੋਲ ਆਪ ਜੀ ਨਾਲ ਸਾਂਝੇ ਕਰਾਂਗਾ। ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਵਡਿਆਈ ਵਿੱਚ ਕੁਝ ਅੰਮ੍ਰਿਤ ਬਚਨਾਂ ਦੀ ਸਾਂਝ ਪਾ ਲਈਏ, ਕਿਉਂਕਿ ਇਹ ਉਹ ਬਾਣੀ ਦੀ ਦਾਤ ਸਾਨੂੰ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਏ, ਜਿਸ ਬਾਣੀ ਨੂੰ ਸਾਹਿਬ ਕਹਿੰਦੇ ਵਾਹੋ ਵਾਹੋ ਬਾਣੀ, ਬੋਲੋ ਜੀ, ਵਾਹੋ ਵਾਹੋ ਬਾਣੀ ਨਿਰੰਕਾਰ ਹੈ। ਤੁਸਾਂ ਨੇ ਬੋਲਣਾ ਹੈ, ਨਾਲ ਸਾਥ ਦੇਣਾ ਹੈ। ਫਿਰ ਮੈਂ ਬਚਨ ਕਹਿਣ ਲੱਗਾ, ਵਾਹੋ ਵਾਹੋ ਬਾਣੀ ਨਿਰੰਕਾਰ ਹੈ। ਇਹ ਨਿਰੰਕਾਰ ਦੀ ਬਾਣੀ ਹੈ, ਰੱਬੀ ਬਾਣੀ ਹੈ। ਦੂਸਰਾ ਬੋਲ ਮੈਂ ਕਹਿਣ ਲੱਗਾ, ਤੁਹਾਨੂੰ ਆਉਂਦੇ ਨੇ, ਮੈਂ ਸੌਖੇ ਬੋਲ ਲੈਣੇ ਨੇ। ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਇਹ ਬਾਣੀ ਨਿਰੰਕਾਰ ਦੀ ਏ, ਇਹ ਬਾਣੀ ਧੁਰ ਦਰਗਾਹ ਦੀ ਬਾਣੀ ਹੈ। ਫਿਰ ਅਗਲਾ ਬੋਲ ਕਹੀਏ, ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇਲਾ ਲੋ। ਚੌਥਾ ਬੋਲ ਕਹੀਏ, ਬਾਣੀ ਗੁਰੂ ਹੈ, ਬਾਣੀ ਵਿੱਚ ਬਾਣੀ ਅੰਮ੍ਰਿਤ। ਕਿਧਰੇ ਇਸ ਬਾਣੀ ਨੂੰ ਗੁਰੂ ਕਿਹਾ ਏ, ਕਿਧਰੇ ਨਿਰੰਕਾਰ ਦੀ ਬਾਣੀ ਕਿਹਾ ਏ, ਕਿਧਰੇ ਸਾਹਿਬ ਜੀ ਕਹਿੰਦੇ ਅੰਮ੍ਰਿਤ ਬਾਣੀ ਹਰ ਸੁਣ ਹੋਵੇ ਪਰਮਗਤ ਮੇਰੀ। ਕਿਧਰੇ ਮੇਰੇ ਸਾਹਿਬ ਜੀ ਕਹਿੰਦੇ ਭਗਤ ਭੰਡਾਰ ਗੁਰਬਾਣੀ ਲਾਲ। ਇਹ ਗੁਰਬਾਣੀ ਭਗਤੀ ਦਾ ਭੰਡਾਰਾ ਏ। ਭਗਤ ਭੰਡਾਰ ਗੁਰਬਾਣੀ ਲਾਲ, ਗਾਵਤ ਸੁਣਤ ਕਮਾਵਤ ਨਿਹਾਲ। ਜਿਹੜੇ ਬਾਣੀ ਪੜ੍ਹਦੇ ਸੁਣਦੇ ਨੇ, ਨਦਰੋ ਨਦਰ ਨਿਹਾਲ ਹੋ ਜਾਂਦੇ ਨੇ। ਗੁਰ ਸੰਗਤ ਜੀ, ਜਿੰਨੇ ਧਾਰਮਿਕ ਗ੍ਰੰਥ ਨੇ, ਰਾਮਾਇਣ ਹੈ, ਬਾਈਬਲ ਹੈ, ਕੁਰਾਨ ਹੈ, ਮੈਂ ਮੁੱਕਦੀ ਗੱਲ ਕਵਾਂ, ਜਿੰਨੇ ਧਾਰਮਿਕ ਗ੍ਰੰਥ ਨੇ ਸਾਰੇ ਦੇ ਸਾਰੇ ਬਹੁਤ ਅਦਬ ਤੇ ਸਤਿਕਾਰਯੋਗ ਨੇ। ਨਮਸਕਾਰ ਕਰਨੀ ਬਣਦੀ ਏ, ਨਿਰੰਕਾਰ ਦੇ ਨਾਲ ਜੋੜਦੇ ਨੇ। ਪਰ ਇੱਕ ਗੱਲ ਦਾ ਖਿਆਲ ਰੱਖੋ, ਉਹ ਜਿੰਨੇ ਧਾਰਮਿਕ ਗ੍ਰੰਥ ਨੇ, ਉਹਨਾਂ ਦੇ ਰਚਨਹਾਰਿਆਂ ਦੇ ਜਦੋਂ ਉਹ ਇਸ ਮਾਤ ਲੋਕ ਤੋਂ ਕੂਚ ਕਰ ਗਏ, ਚਲੇ ਗਏ, ਉਹਨਾਂ ਦੇ ਅੱਗੋਂ ਛਿੱਛਾਂ ਨੇ, ਸੇਵਕਾਂ ਨੇ, ਚੇਲਿਆਂ ਨੇ ਕਲਮ ਬੰਦ ਕੀਤੇ ਨੇ, ਉਹਨਾਂ ਦੀ ਮੌਜੂਦਗੀ ਵਿੱਚ ਨਹੀਂ ਹੋਏ। ਤੁਹਾਨੂੰ ਪਤਾ ਹੈ, ਰਾਮਾਇਣ ਹੈ, ਬਾਈਬਲ ਹੈ, ਜਿੰਨੇ ਵੀ ਨੇ ਧਾਰਮਿਕ ਗ੍ਰੰਥ ਨੇ। ਪਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਕਰੋੜਾਂ ਬ੍ਰਹਿਮੰਡਾਂ ਖੰਡਾਂ ਦੇ ਮਾਲਕ, ਕੀ ਵਿਸ਼ੇਸ਼ਤਾ ਏ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੇ ਆਪਣੀ ਮੌਜੂਦਗੀ ਦੇ ਵਿੱਚ ਇਸ ਅੰਮ੍ਰਿਤ ਬਾਣੀ, ਆਤਮਿਕ ਸਰੂਪ ਪਹਿਲੇ ਗੁਰੂ ਸਾਹਿਬਾਨਾਂ ਦੀ ਬਾਣੀ ਨੂੰ ਇਕੱਤਰਤਾ ਕਰਕੇ ਆਪਣੀ ਹਜ਼ੂਰੀ ਵਿੱਚ ਤਿਆਰ ਕਰਵਾਇਆ ਹੈ। ਥੋੜਾ ਜਿਹਾ ਅਗਾਂਹ ਤੁਰੀਏ, ਜਿਸ ਵੇਲੇ ਕਲਗੀਧਰ ਪਾਤਸ਼ਾਹ ਮਹਾਰਾਜ ਜੰਗਾਂ ਯੁੱਧਾਂ ਤੋਂ ਵਿਹਲੇ ਹੋ ਕੇ ਦਮਦਮਾ ਸਾਹਿਬ ਜੀ ਦੀ ਧਰਤੀ ਤੇ ਸੁਭਾਇਮਾਨ ਹੁੰਦੇ ਨੇ, ਪਾਤਸ਼ਾਹ ਜੀ ਆਪ ਬਖਸ਼ਿਸ਼ ਕਰਕੇ ਭਾਈ ਸਾਹਿਬ ਭਾਈ ਮਣੀ ਸਿੰਘ ਜੀ ਨੂੰ ਲਖਾਰੀ ਲਾ ਕੇ ਬਾਬਾ ਦੀਪ ਸਿੰਘ ਜੀ ਸ਼ਾਹੀ ਤੇ ਕਲਮ ਦੀ ਸੇਵਾ ਨਿਭਾਉਂਦੇ ਨੇ। ਆਪ ਆਪਣੀ ਮੌਜੂਦਗੀ ਵਿੱਚ, ਹਜ਼ੂਰੀ ਵਿੱਚ ਇਹ ਅੰਮ੍ਰਿਤ ਬਾਣੀ ਦੀ ਦਾਤ ਸਾਨੂੰ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ। ਮੈਂ ਥੋੜੇ ਜਿਹੇ ਕਾਰਨ ਲੈ ਲਵਾਂ, ਇਹ ਕਿਉਂ ਚਰਚਾ ਬਣੀ। ਜਿਸ ਵੇਲੇ ਸਾਧ ਸੰਗਤ ਜੀ ਇਸ ਬਾਣੀ ਵਿੱਚ ਮੀਣੇ ਰਲਾ ਕਰਨ ਲੱਗੇ, ਜਿਵੇਂ ਆਮ ਤੁਸੀਂ ਬੋਲ ਪੜ੍ਹਦੇ ਹੋ, ਦਾਸਾਂ ਕਾਜ ਸਵਾਰੇ, ਇਹ ਬਾਣੀ ਜਿਹੜੀ ਏ ਆਪਣੀ ਪੈਜ ਰਖਾਈ ਦਾਸਾਂ ਕਾਜ ਸਵਾਰੇ। ਜਾਂ ਇੱਕ ਇਹ ਬੋਲ ਮੈਂ ਕਿਹਾ ਸੀ ਪਰਸੋਂ ਚੌਥ, ਦੇ ਦਿਆ ਤੋ ਦੁੱਧ ਬਰਾਬਰ, ਮੰਗ ਲਿਆ ਤੋ ਪਾਣੀ, ਰਗੜ ਝਗੜ ਕੇ ਰਕਤ ਬਰਾਬਰ, ਕਹੋ ਨਾਨਕ ਨਿਰਬਾਣੀ। ਇਹ ਹੁਣ ਮਿਹਰਬਾਨ ਦੇ ਬੋਲ ਨੇ। ਆਕਤ ਧੂਰਾ ਨਿੰਮ ਫਲ, ਉਤਰ ਜਾਏ ਪ੍ਰਭਾਤ, ਨਾਮ ਖੁਮਾਰੀ ਨਾਨਕਾ ਚੜੀ ਰਹੇ, ਆਖੋ ਸਤਨਾਮ ਸ਼੍ਰੀ। ਜਿਸ ਵੇਲੇ ਇਉਂ ਦੇ ਬੋਲ ਹੋਣ ਲੱਗੇ ਨਾ, ਤਾਂ ਭਾਈ ਸਾਹਿਬ ਜੀ, ਭਾਈ ਗੁਰਦਾਸ ਸਾਹਿਬ ਜੀ, ਬਾਬਾ ਬੁੱਢਾ ਸਾਹਿਬ ਜੀ, ਭਾਈ ਪ੍ਰਾਣਾ ਜੀ, ਜਿਹੜੇ ਮੁਖੀ ਸਿੱਖ ਸਨ, ਗੁਰੂ ਅਰਜਨ ਦੇਵ ਮਹਾਰਾਜ ਦੀ ਹਜ਼ੂਰੀ ਅੰਦਰ ਗਏ ਨੇ। ਕਿਉਂਕਿ ਇਹ ਜਿਹੜੇ ਬੋਲ ਤਾਂ ਪਹਿਲਾਂ ਹੀ ਆਰੰਭ ਤੋਂ ਸੇਵਾਵਾਂ ਲੱਗੀਆਂ ਹੁੰਦੀਆਂ ਨੇ। ਗੁਰੂ ਅਮਰਦਾਸ ਮਹਾਰਾਜ ਨੇ ਬੋਲ ਕਹਿ ਦਿੱਤੇ ਸੀ, ਦੋਹੇ ਥਾ ਬਾਣੀ ਕਾ ਬੋਹੇ ਥਾ। ਬਾਣੀ ਦੇ ਜਹਾਜ਼ ਹੋਣਗੇ, ਉਹ ਸਾਰੇ ਕਾਰਜ ਜਿਹੜੇ ਨੇ ਆਰੰਭ ਹੋਣੇ ਨੇ। ਤੇ ਇੱਕ ਸਿੱਖ ਨੇ ਆ ਕੇ ਬੇਨਤੀ ਕੀਤੀ, ਮਹਾਰਾਜ ਇੱਕ ਸਿੱਖ ਬੋਲਿਓ ਜ਼ੋਰ ਕਰ। ਜ਼ੋਰ ਮੀਨਸ ਦੋਵੇਂ ਹੱਥ ਜੋੜ ਕੇ, ਇੱਕ ਸਿੱਖ ਬੋਲਿਓ ਜ਼ੋਰ ਕਰ, ਗੁਰ ਜੀ ਸੁਣ ਲੀਜੈ। ਮੈਂ ਕੱਲਾ ਕੱਲਾ ਅੱਖਰ ਪੜ੍ਹ ਕੇ ਤੇ ਅਰਥ ਕਰਨੇ ਨੇ, ਤੁਹਾਨੂੰ ਸਮਝ ਆਵੇਗੀ। ਇੱਕ ਸਿੱਖ ਬੋਲਿਓ ਜ਼ੋਰ ਕਰ, ਸਮਝ ਗਏ? ਗੁਰ ਜੀ, ਗੁਰੂ ਅਰਜਨ ਦੇਵ ਮਹਾਰਾਜ ਜੀ, ਸੁਣ ਲੀਜੈ, ਸੁਣੋ। ਪ੍ਰਿਥਿਆ ਆਦਿਕ ਅਪਰ ਬਹੁ ਤਿਨ ਕਰਮ ਲਿਖੀਜੈ। ਪ੍ਰਿਥਿਆ ਆਦਿਕ ਅਪਰ ਬਹੁ ਤਿਨ ਕਰਮ
ਲਖੀਜੈ ਪ੍ਰਿਥੀਆ ਆਦ ਹੋਰ ਇਹ ਤੋਂ ਆਦ ਜਿਹੜੇ ਨੇ ਮਹਾਰਾਜ ਉਹ ਇਹ ਕੰਮ ਕਰਨਾ ਸ਼ੁਰੂ ਕਰ ਦਿੱਤਾ। ਮਹਾਰਾਜ ਕਹਿਣ ਲੱਗੇ ਕੀ? ਕਹਿੰਦੇ ਆਪ ਬਣਾਵਤ ਸ਼ਬਦ ਕੋ, ਆਪ ਬਣਾਵਤ ਸ਼ਬਦ ਕੋ, ਕਿਉਂਕਿ ਉਹ ਕਵਿ ਨੇ, ਕਵੀ ਸਨ, ਕਵੀਸ਼ਰ ਸਨ ਮਿਹਰਵਾਨ। ਇਹ ਤੇ ਬਾਣੀ ਰੱਬੀ ਬਾਣੀ ਹੈ ਨਾ। ਆਪ ਬਣਾਵਤ ਸ਼ਬਦ ਕੋ ਨਿਜ ਬੁੱਧ ਅਨਸਾਰੀ, ਸ੍ਰੀ ਨਾਨਕ ਕੋ ਨਾਮ ਸ਼ੁਭ ਕਰ ਦੇਤ ਮਜਾਰੀ। ਤੇ ਜਦੋਂ ਅੰਤ ਆਉਂਦਾ ਗੁਰੂ ਨਾਨਕ ਮਹਾਰਾਜ ਦੀ ਮੋਹਰ ਲਾ ਦਿੰਦੇ ਨੇ, ਸ੍ਰੀ ਨਾਨਕ ਕੋ ਨਾਮ ਸ਼ੁਭ ਤਰ ਦੇਤ ਮਜਾਰੀ, ਕੋਈ ਸਕੈ ਪਛਾਣ ਕਰ ਕੋ ਸਕੈ ਨਾ ਜਾਨੀ, ਅਲਪ ਮਤੀ ਆਸੈ ਗੁਰੂ ਕਿਮ ਕਰੈ ਬਖਾਨੀ। ਕਹਿ ਲੱਗੇ ਮਹਾਰਾਜ ਰਲ ਜੈ ਹੈ, ਰਲ ਜੈ ਹੈ, ਇਮ ਸਗਲ ਹੀ ਰਲਾ ਹੋ ਜਾਏਗਾ, ਬਾਣੀ ਵਿੱਚ ਰਲਾ ਹੋ ਜਾਵੇਗਾ। ਰਲ ਜੈ ਇਮ ਸਗਲ ਹੀ ਗੁਰਮਤ ਬਿਗਰੈ ਹੈ, ਕੋ ਕਿਸ ਬਿਦ ਕੋ ਕਿਸੂ ਬਿਦ ਬਾਣੀ ਉਚਰੈ ਹੈ, ਪਰ ਆਪ ਜੀ ਦੀ ਬਾਣੀ ਅੰਮ੍ਰਿਤ ਬਾਣੀ ਏ। ਜਿਸ ਵੇਲੇ ਸਿੱਖਾਂ ਨੇ ਇਹ ਬੇਨਤੀ ਕੀਤੀ, ਅਗਲੇ ਬੋਲ ਸੁਣਿਓ ਜੀ। ਇਹ ਸੁਣ ਲੱਗੇ ਵਿਚਾਰ ਨੇ, ਆਖੋ ਸਤਨਾਮ ਸ਼੍ਰੀ। ਟਕਾ ਨਹੀਂ ਜੇ ਬਣਿਆ ਜੇ, ਮੇਰਾ ਵੀ ਨਹੀਂ ਜੇ ਬਣਿਆ, ਮੈਂ ਸੱਚ ਕਹਿੰਦਾ। ਗੱਜ ਕੇ ਆਖੋ ਸਤਨਾਮ ਸ਼੍ਰੀ, ਫਿਰ ਆਖੋ ਸਤਨਾਮ ਸ਼੍ਰੀ। ਕਥਾ ਤੁਸਾਂ ਨੇ ਕਰਾਉਣੀ ਜੇ। ਇਹ ਸੁਣ ਲੱਗੇ ਵਿਚਾਰ ਨੇ। ਜਦੋਂ ਬੇਨਤੀ ਕੀਤੀ ਤਾਂ ਗੁਰੂ ਅਰਜਨ ਦੇਵ ਮਹਾਰਾਜ ਸਿੱਖਾਂ ਦੀ ਬੇਨਤੀ ਸੁਣ ਕੇ ਵਿਚਾਰ ਕਰਨ ਲੱਗੇ ਨੇ। ਇਹ ਸੁਣ ਲੱਗੇ ਵਿਚਾਰ ਨੇ, ਜਗ ਕੀ ਕਲਿਆਣਾ, ਜਗ ਕੀ ਕਲਿਆਣਾ, ਭਿੱਖੀ ਭਵਿੱਖਤ ਵਾਰਤਾ ਹਮ ਹੋਏ 10 ਥਾਨਾ। ਸਤਿਗੁਰਾਂ ਨੇ ਸੋਚਿਆ ਵੀ ਅਸੀਂ ਸਾਡੀ ਜਿਹੜੀ ਜੋਤ ਹੈ ਉਹ 10 ਸਰੂਪਾਂ ਤੱਕ ਜਾਣੀ ਹੈ ਸਰੀਰ ਕਰਕੇ, ਫਿਰ ਜੋਤ ਕਿੱਥੇ ਟਿਕਣੀ ਹੈ? ਆਦਿ ਗੁਰੂ ਗ੍ਰੰਥ ਸਾਹਿਬ 'ਚ। ਉਹ ਕਿਵੇਂ ਕਾਰਜ ਹੋਵੇ? ਇਹ ਬਿਦ ਸੁਣ ਲੱਗੇ ਵਿਚਾਰ ਨੇ, ਜਗ ਕੀ ਕਲਿਆਣਾ, ਭਿੱਖੀ ਭਵਿੱਖਤ ਵਾਰਤਾ ਹਮ ਹੋਏ 10 ਥਾਨਾ, ਪਾਛੇ ਸਿੱਖੀ ਕਿਮ ਰਹਿ ਕਿਮ ਟੇਕੈ ਮਾਥਾ, ਸ਼ਬਦ ਨਿਰਾਲੇ ਕਿਮ ਰਹਿ ਕਿਮ ਮਿਲੈ ਨਾ ਸਾਥਾ। ਸ਼ਬਦ ਨਿਰਾਲੇ ਕਿਵੇਂ ਰਹਿਣ? ਕਿਉਂਕਿ ਕੱਚੀ ਬਾਣੀ ਦੇ ਨਾਲ ਇਹ ਸ਼ਬਦਾਂ ਦਾ ਮਿਲਾਪ ਨਹੀਂ ਹੋਣਾ। ਲਾਗੇ ਇੱਕ ਸਿੱਖ ਬੈਠਾ ਸੀ, ਉਸਨੇ ਕਿਹਾ ਮਹਾਰਾਜ ਗੁਰਦੇਵ ਜੀ, ਤਾਂ ਫਿਰ ਭਾਈ ਗੁਰਦਾਸ ਸਾਹਿਬ ਜੀ ਦੀ ਬਾਣੀ ਵੀ ਏ, ਉਹ ਕੱਚੀ ਏ ਕਿ ਪੱਕੀ ਏ? ਧਿਆਨ ਦੇ ਕੇ ਸੁਣਿਓ। ਤਾਂ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਨੇ ਇਹ ਬੋਲ ਸੁਣੇ, ਕਹਿਣ ਲੱਗੇ ਜੋ ਬਾਣੀ ਗੁਰਦਾਸ ਕੀ, ਜੋ ਬਾਣੀ ਗੁਰਦਾਸ ਕੀ, ਤਿਸ ਮਹਿਮਾ ਭਾਰੀ। ਕਿਆ ਬਾਤ ਆ। ਮੈਂ ਫਿਰ ਬੋਲ ਕਵਾਂ, ਜੋ ਬਾਣੀ ਗੁਰਦਾਸ ਕੀ ਤਿਸ ਮਹਿਮਾ ਭਾਰੀ, ਸਿੱਖੀ ਪ੍ਰਾਪਤ ਪੜੇ ਤੇ ਸੁਣ ਲਿਹੋ ਵਿਚਾਰੀ। ਗੁਰੂ ਅਰਜਨ ਦੇਵ ਮਹਾਰਾਜ ਕਹਿ ਲੱਗੇ ਜੋ ਬਾਣੀ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੀ ਏ, ਇਹਦੀ ਮਹਿਮਾ ਭਾਰੀ ਏ। ਜਿਹੜਾ ਪਿਆਰ ਵਿੱਚ ਗੁਰਸਿੱਖ ਭਾਈ ਗੁਰਦਾਸ ਸਾਹਿਬ ਜੀ ਦੀ ਬਾਣੀ ਨੂੰ ਪੜੇਗਾ, ਕਬਿਤ ਸੋਈਏ ਵਾਰਾ ਪੜੇਗਾ, ਧਿਆਨ ਦੇ ਕੇ ਸੁਣੋ, ਸਾਹਿਬ ਨੇ ਕਿਹਾ ਉਹਨੂੰ ਸਿੱਖੀ ਪ੍ਰਾਪਤ ਹੋ ਜਾਵੇਗੀ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਗੁਰਬਿਲਾਸ ਪਾਤਸ਼ਾਹੀ 6ਵੀਂ ਦੇ ਬੋਲ ਸੁਣਾਉਣ ਲੱਗਾ। ਕਹਿਣ ਲੱਗੇ ਮਹਾਰਾਜ ਕਿਰਪਾ ਕਰੋ, ਬਾਣੀ ਦਾ ਸਰੂਪ ਤਿਆਰ ਹੋਣਾ ਚਾਹੀਦਾ। ਸ੍ਰੀ ਗੁਰ ਕਿਰਪਾ ਪਾਏ, ਸ੍ਰੀ ਗੁਰ ਕਿਰਪਾ ਪਾਏ, ਸਿੱਖ ਸੁਧ ਬੁੱਧ ਕਾਏ। ਮੈਂ ਕੱਲਾ ਕੱਲਾ ਅੱਖਰ ਪੜ੍ਹੀ ਜਾਣਾ, ਤੁਹਾਨੂੰ ਸਮਝ ਆ ਜਾਣਾ। ਸਿੱਖ ਸੁਧ ਬੁੱਧ ਕਾਏ, ਸ੍ਰੀ ਗੁਰ ਬਾਣੀ ਸਿੱਖ ਅੱਬ ਤੋਂ ਪਛਾਣ ਹੈ। ਅੱਬ ਤੋਂ ਪਛਾਣੇ ਆਪ ਜੀ ਦੇ ਸਰੂਪ ਹੁੰਦੇ ਹੋਇਆ। ਆਗੇ ਕੱਲੂ ਬਲ ਪਾਵੇ, ਆਗੇ ਕੱਲੂ ਬਲ ਪਾਵੇ, ਸੁਧ ਬੁੱਧ ਨਾ ਰਹਾਵੇ, ਨਿਜ ਗੁਰ ਬਾਣੀ ਸਿੱਖ ਕੈਸ ਕੋ ਪਛਾਣ ਹੈ। ਤਾਂ ਤੇ ਗੁਰ ਬਾਣੀ ਸਭ ਕੀਜੀਏ ਇਕੱਤਰ ਅਬ, ਸੋਧ ਗੁਰ ਬਾਣੀ ਤਾਹੇ ਗ੍ਰੰਥ ਕੋ ਰਚਾਨ ਹੈ। ਪੂਜਨੀਕ ਜਗ ਹੋਏ, ਗੁਰੂ ਸਮ ਗ੍ਰੰਥ ਸੋਏ, ਜੋ ਪੂਜ ਕਰੈ ਮੁਕਤ ਰੂਪ ਸੋ ਜਹਾਨ ਹੈ। ਇਹ ਬਾਚਨ ਚੱਲ ਰਹੇ ਨੇ, ਸਭਾ ਲੱਗੀ ਹੋਈ ਏ। ਤੇ ਉਸ ਵੇਲੇ ਸਭਾ ਵਿੱਚ ਚਲਦਿਆਂ ਚਲਦਿਆਂ ਇਹ ਬਾਤ ਚੱਲੀ, ਬੜੋ ਪੁੱਤਰ ਗੁਰ ਅਮਰ ਕੋ। ਕਿੱਥੇ ਪਹੁੰਚਾ ਲੱਗੇ ਆ ਜੀ? ਗੋਇੰਦਵਾਲ ਸਾਹਿਬ। ਬੜੋ ਪੁੱਤਰ ਗੁਰ ਅਮਰ ਕੋ, ਗੁਰਬਿਲਾਸ ਪਾਤਸ਼ਾਹੀ 6ਵੀਂ। ਬੜੋ ਪੁੱਤਰ ਗੁਰ ਅਮਰ ਕੋ, ਕਿਸ ਥਾਨ ਨਾ ਠਾਨੈ, ਸਾਕਲ ਸ਼ਬਦ ਤੇ ਪਾਸ ਤੇ, ਕਹੋ ਕਿਸ ਵਿਦਿਆਨ ਹੈ। ਵੀ ਜਿਹੜੀਆਂ ਪਹਿਲੀਆਂ ਬਾਣੀ ਦੀਆਂ ਪੋਥੀਆਂ ਨੇ, ਅੰਮ੍ਰਿਤ ਬਚਨ ਨੇ,
ਗੁਰੂ ਅਮਰਦਾਸ ਮਹਾਰਾਜ ਜੀ ਦੇ ਸੁਪੁੱਤਰ ਬਾਬਾ ਮੋਹਨ ਜੀ ਦੇ ਕੋਲ ਨੇ ਕਿਸ ਤਰੀਕੇ ਨਾਲ ਉਸ ਅੰਮ੍ਰਿਤ ਬਾਣੀ ਨੂੰ ਇਕੱਤਰਤਾ ਕੀਤਾ ਜਾਵੇ। ਤੇ ਜਦੋਂ ਇਹ ਬੋਲ ਸੁਣੇ ਸੰਗਤਾਂ ਬੈਠੀਆਂ ਨੇ, ਕਹਿੰਦੇ ਉਦੋਂ ਕੀ ਹੋਇਆ, ਸਭਾ ਵਿੱਚ ਬੈਠਿਓ ਹੋ ਤੋ। ਮੈਂ ਕੱਲਾ ਕੱਲਾ ਬੋਲ ਲੈ ਕੇ ਗਾਂ ਤੁਰ ਰਿਹਾ, ਕਿਉਂਕਿ ਲੜੀ ਐਸੀ ਬਣਨੀ ਹੈ ਕਿੱਥੋਂ ਤੱਕ ਪਹੁੰਚਦੀ ਏ। ਸਭਾ ਵਿੱਚ ਬੈਠਿਓ ਹੋ ਤੋ ਭਾਈ ਗੁਰਦਾਸੂ, ਕਿਉਂਕਿ ਭਾਈ ਗੁਰਦਾਸ ਸਾਹਿਬ ਜੀ ਗੁਰੂ ਅਮਰਦਾਸ ਮਹਾਰਾਜ ਦੇ ਭਤੀਜੇ ਨੇ, ਸਕੇ ਭਤੀਜੇ ਨੇ। ਸਭਾ ਵਿੱਚ ਬੈਠਿਓ ਹੋ ਤੋ ਭਾਈ ਗੁਰਦਾਸੋ, ਸੁਣਤ ਕਹਿਓ ਕਰ ਜੋਰ ਕਰ, ਹੁਣ ਪਹੁੰਚੋ ਪਾਸੂ। ਦੋਨੋਂ ਹੱਥ ਜੋੜ ਕੇ ਮਹਾਰਾਜ ਨੂੰ ਬੇਨਤੀ ਕੀਤੀ, ਗੁਰਦੇਵ ਮਹਾਰਾਜ ਆਗਿਆ ਦਿਓ ਤੇ ਮੈਂ ਗੋਇੰਦਵਾਲ ਸਾਹਿਬ ਜਾਵਾਂ, ਤੁਸੀਂ ਆਗਿਆ ਦਿਓ ਤੇ ਮੈਂ ਗੋਇੰਦਵਾਲ ਸਾਹਿਬ ਜਾਵਾਂ। ਤਰਕਸ਼ੀਲ ਬੰਦੇ ਦੀ ਤਰਕ ਨਹੀਂ ਰਹਿਣੀ, ਬਾਣੀ ਦੇ ਬੋਲ ਕਵਾਂਗੇ ਤੇ। ਸਭਾ ਵਿੱਚ ਬੈਠਿਓ ਹੋ ਤੋ ਭਾਈ ਗੁਰਦਾਸੋ, ਸੁਣਤ ਕਹਿਓ ਕਰ ਜੋਰ ਕਰ, ਹੋ ਪਹੁੰਚੋ ਪਾਸੂ। ਪੋਥੀ ਸਗਲੀ ਆਣ ਹੈ ਆਏ ਸਮੁਝ ਦੀਜੈ, ਮੋਹਣ ਮਿਲ ਓ ਮੋਹਰੀ ਮੋ ਕੋ ਸਮਝੀਜੈ। ਮੈਨੂੰ ਆਗਿਆ ਦਿਓ, ਮੈਂ ਜਾਵਾਂਗਾ। ਬਾਬਾ ਮੋਹਣ ਜੀ ਬਾਬਾ ਮੋਹਰੀ ਜੀ ਨੂੰ ਮਿਲ ਕੇ ਮਹਾਰਾਜ ਕਹਿਣ ਲੱਗੇ, ਪਾਤਸ਼ਾਹ ਜੀ ਮੈਂ ਪੋਥੀਆਂ ਲੈ ਆਵਾਂ। ਸਾਹਿਬ ਜੀ ਕਹਿਣ ਲੱਗੇ, ਭਲੀ ਬਾਤ ਤੁਮ ਜਾਹੋ, ਕਾਜ ਬਣਿਆ ਹੈ। ਪਰ ਜਿੱਥੇ ਕਾਰਜ ਨੇ ਕਰਨਾ ਉਹਨੇ ਨੇ। ਪਾਤਸ਼ਾਹ ਜੀ ਕਹਿੰਦੇ, ਭਲੀ ਬਾਤ ਤੁਮ ਜਾਹੋ, ਕਾਜ ਬਣ ਜਾਏ, ਚੰਗੀ ਗੱਲ ਏ, ਉਦਮ ਕਰੋ, ਯਤਨ ਕਰਨਾ ਚਾਹੀਦਾ ਏ। ਭਾਈ ਗੁਰਦਾਸ ਸਾਹਿਬ ਜੀ ਗਏ ਨੇ, ਪਰ ਖਾਲੀ ਪਰਤ ਆਏ। ਜਦੋਂ ਆ ਕੇ ਸਾਰੀ ਹਕੀਕਤ ਦੱਸੀ, ਤਹਿ ਠਾਂ ਕਾ ਬਿਰਤਾਂਤ ਸਭ ਭਾਈ ਕੀਨ ਬਖਾਨ। ਮੈਂ ਕੱਲਾ ਕੱਲਾ ਬੋਲੇ ਕੇ ਗਾਂ ਤੁਰ ਰਿਹਾ। ਤਹਿ ਠਾਂ ਉੱਥੋਂ ਦਾ, ਕਿੱਥੋਂ ਦਾ ਜੀ, ਗੋਇੰਦਵਾਲ ਸਾਹਿਬ ਦਾ। ਕਿੱਥੋਂ ਦਾ, ਗੋਇੰਦਵਾਲ ਸਾਹਿਬ ਦਾ। ਜਿੱਥੋਂ ਸਮਝ ਨਾ ਆਵੇ ਤੁਹਾਨੂੰ ਹੱਥ ਬੰਨ ਕੇ ਬੇਨਤੀ, ਉੱਥੋਂ ਫਿਰ ਕਿਉਂ ਮੈਂ ਦੁਬਾਰਾ ਫਿਰ ਬਚਨ ਕਰਾਂ, ਕਿਉਂਕਿ ਦੌੜ ਨਹੀਂ। ਹੁਣ ਮੇਰਾ ਪ੍ਰਸੰਗ ਜਿਹੜਾ ਹੈ, ਮੈਂ ਸੋਚਿਆ ਸੀ ਵੀ ਸਤਿਗੁਰਾਂ ਦਾ ਅੱਜ ਗੁਰਤਾ ਗੱਦੀ ਦਾ ਸਿੰਘਾਸਨ, ਪਰ ਟੂਕ ਮਾਤਰ ਬਚਨ ਲੈ ਜਾਣੇ ਨੇ। ਇਹ ਪ੍ਰਸੰਗ ਨੂੰ ਮੈਂ ਪੂਰਾ ਜ਼ਰੂਰ ਕਰਾਂਗਾ, ਕਿੱਥੋਂ ਤੱਕ ਜਾਂਦਾ ਹੈ। ਤੇ ਠਾਂ ਕਾ ਬਿਰਤਾਂਤ ਸਭ ਭਾਈ ਕੀਨ ਵਿਚਾਰ, ਉੱਥੋਂ ਥਾਂ ਦਾ ਜੋ ਗੱਲਾਂ ਬਾਤਾਂ ਹੋਈਆਂ, ਜਿਵੇਂ ਜਿਵੇਂ ਆ ਕੇ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਦੱਸੇਗਾ। ਸੁਣਤ ਉਹ ਬੋਲ ਸੁਣ ਕੇ ਭਾਈ ਬਾਬਾ ਸਾਹਿਬ ਜੀ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ, ਮਹਾਰਾਜ ਮੈਨੂੰ ਆਗਿਆ ਦਿਓ, ਸੁਣਤ ਬੁੱਢੇ ਕਹਿਓ, ਹੋਂ ਜਾਵੋ ਤਤਕਾਲ। ਬਾਬਾ ਜੀ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ, ਤੁਸੀਂ ਜਾਓ, ਕਾਰਜ ਤੁਸੀਂ ਚਾਹੁੰਦੇ ਹੋ ਅਸੀਂ ਲੈ ਆਈਏ, ਤੇ ਚੰਗੀ ਗੱਲ ਹੈ, ਤੁਸੀਂ ਜਾਣਾ ਕਰੋ। ਸਤਿਗੁਰੂ ਮਹਾਰਾਜ ਜੀ ਦੀ ਆਗਿਆ ਪਾ ਕੇ ਬਾਬਾ ਜੀ ਬਾਬਾ ਬੁੱਢਾ ਸਾਹਿਬ ਜੀ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਤੋਂ ਗੋਇੰਦਵਾਲ ਸਾਹਿਬ ਪਹੁੰਚੇ ਨੇ। ਕਹਿੰਦੇ ਜਿਸ ਵੇਲੇ ਗੋਇੰਦਵਾਲ ਪਹੁੰਚੇ, ਭਿਰੇ ਬਿਲੋਕ ਕਪਾਟ ਬਿਲੋਕ ਵਖਾਣ ਕੈ, ਪੁਨ ਊਚ ਪੁਕਾਰਾ, ਗੁਰ ਅਮਰ ਕੇ ਸੁਤ ਵੱਡੋ, ਦੇਹੋ ਦਰਸ ਉਦਾਰਾ। ਦਰਵਾਜ਼ੇ ਬੰਦ ਸੀ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਦਰਵਾਜ਼ੇ ਭਿੜੇ ਵੇਖ ਕੇ ਉੱਚੀ ਆਵਾਜ਼ ਦਿੱਤੀ, ਗੁਰੂ ਅਮਰਦਾਸ ਮਹਾਰਾਜ ਜੀ ਦੇ ਵੱਡੇ ਸੁਪੁੱਤਰ, ਦਰਵਾਜ਼ਾ ਖੋਲੋ ਤੇ ਮੈਨੂੰ ਦੀਦਾਰ ਦੇਵੋ, ਦਿਓ ਦਰਸ਼ਨ ਦੀਦਾਰਾ। ਬੁੱਢਾ ਸਾਹਿਬ ਹਰਖਤ ਭਇਓ, ਪੁੰਨ ਮੋਹਣ ਚੋਬਾਰੇ ਗਇਓ, ਬੁੱਢੇ ਕੀਨੋ ਜਤਨ ਅਪਾਰਾ, ਮੋਹਣ ਦੀਨੋ ਨਾਹੇ ਦੀਦਾਰਾ। ਜਦੋਂ ਨਾਨਾ ਕੁਝ ਬਾਤ ਬਣੀ ਤਾਂ ਫਿਰ ਕੀ ਕਹਿਣ ਲੱਗਾ, ਬਾਬਾ ਮੋਹਣ ਜੀ ਗੁਰ ਅਰਜਨ ਭੇਜਿਓ ਮੁਝ। ਗੁਰ ਅਰਜਨ, ਦਰਵਾਜ਼ੇ ਅੱਗੇ ਖਲੋਤਾ ਬਾਬਾ ਜੀ ਬਾਬਾ ਬੁੱਢਾ ਸਾਹਿਬ ਜੀ, ਗੁਰ ਅਰਜਨ ਭੇਜਿਓ ਮੁਝ, ਬੁੱਢਾ ਮਮ ਨਾਮੂ। ਜਿਵੇਂ ਕੋਈ ਦਰਵਾਜ਼ਾ ਨਾ ਖੋਲਦਾ ਹੋਵੇ ਤੇ ਆਪਾਂ ਠੱਕ ਠੱਕ ਕਰਕੇ ਆਵਾਜ਼ ਦਿੰਦੇ, ਮੈਂ ਫਲਾਨਾ ਸਿੰਘ ਹੀ, ਮੈਂ ਫਲਾਨਾ ਆਇਆ ਹੀ, ਦਰਵਾਜ਼ਾ ਖੋਲ ਦੇ। ਤੇਵੇਂ ਬਾਬਾ ਬੁੱਢਾ ਸਾਹਿਬ ਜੀ ਉੱਚੀ ਆਵਾਜ਼ ਦਿੰਦੇ ਨੇ, ਗੁਰ ਅਰਜਨ ਭੇਜਿਓ ਮੁਝ, ਬੁੱਢਾ ਮਮ ਨਾਮੂ, ਕਿਰਪਾ ਕਰ ਸੁਣ ਲੀਜੀਐ, ਪੁੰਨ ਕੀਜੈ ਕੰਮ। ਕਿਰਪਾ ਕਰਕੇ ਮੇਰੀ ਬੇਨਤੀ ਸੁਣੋ, ਤੇ ਜਿਸ ਕਾਰਜ ਵਾਸਤੇ ਮੈਂ ਆਇਆ ਹਾਂ ਉਹ ਕਾਰਜ ਸੰਪੂਰਨ ਹੋ ਜਾਵੇ। ਪਰ ਜਦੋਂ ਆਵਾਜ਼ ਨਾ ਸੁਣੀ ਤੇ ਬੁੱਢਾ ਸਾਹਿਬ ਜੀ ਨੇ ਬਾਬਾ ਜੀ ਨੇ ਸੋਚਿਆ, ਮੈਂ ਖਾਲੀ ਨਹੀਂ ਜਾਣਾ, ਮੈਂ ਪੋਥੀਆਂ ਲੈ ਕੇ ਹੀ ਜਾਣੀਆਂ। ਦ੍ਰਿੜ ਵਿਸ਼ਵਾਸ ਕੀਤਾ। ਜਦੋਂ ਆਵਾਜ਼ ਨਾ ਆਈ ਤਾਂ ਉੱਥੇ ਬਚਨ ਬੜਾ ਪਿਆਰਾ ਲਿਖਿਆ, ਕਹਿੰਦੇ ਬਲ ਤੇ ਚੂੰਥੀ ਖਿੱਚ ਕੇ, ਬਲ ਜ਼ੋਰ, ਚੂੰਥੀ ਝਟਕਣੀ, ਕੁੰਡਾ ਦਰਵਾਜ਼ੇ ਦਾ, ਬਲ ਤੇ ਚੂੰਥੀ ਖਿੱਚ ਕੇ ਬਹੁ ਬਾਰ ਹਲਾਈ। ਜਿਵੇਂ ਡੋਰ ਨੂੰ ਆਪਾਂ ਟਕ ਟਕ ਜ਼ੋਰ ਜ਼ੋਰ ਦੀ ਮਾਰਦੇ ਆ, ਬਲ ਤੇ ਚੂੰਥੀ ਖਿੱਚ ਕੇ ਬਹੁ ਬਾਰ ਹਲਾਈ,
ਇਤ ਉਤ ਕਰਕੇ ਜੋਰ ਤੇ ਬਾਹਰ ਨਿਕਸਾਈ। ਇੱਧਰ ਉੱਧਰ ਜ਼ੋਰ ਲਾ ਕੇ ਤੇ ਚਿੜਕਣੀ ਜਿਹੜੀ ਸੀ ਉਹ ਖੋਲੀ, ਪਰ ਦਰਵਾਜ਼ਾ ਅਜੇ ਨਹੀਂ ਖੁੱਲਾ। ਫਿਰ ਕੀ ਕੀਤਾ? ਕਹਿੰਦੇ ਈਟੇ ਕੁਸ਼ਕ ਅਖੇਰ ਕੈ, ਜਿਹੜੀਆਂ ਲਾਗੇ ਲਾਗੇ ਤੋਂ ਜਿਹੜੀਆਂ ਇੱਟਾਂ ਸੀ ਨਾ ਥੋੜੀਆਂ ਥੋੜੀਆਂ, ਈਟੇ ਕੁਸ਼ਕ ਉਹ ਖੇਰ ਕੈ ਖੋਲ ਲਿਓ ਚੁਬਾਰਾ ਅੰਤਰ ਜਾਏ ਪਰਵੇਸ਼ਿਓ ਬਿਨ ਸ਼ੰਕ ਉਧਾਰਾ। ਬਾਬਾ ਬੁੱਢਾ ਸਾਹਿਬ ਜੀ ਜਿੱਥੇ ਉਹ ਪਦਮ ਲਾ ਕੇ ਆਸਨ ਬੈਠੇ ਨੇ ਉੱਥੇ ਪਹੁੰਚ ਗਏ। ਅਜੇ ਮੋਢੇ ਤੋਂ ਫੜ ਕੇ ਹਿਲਾ ਰਹੇ ਸਨ, ਇੰਨਾ ਚਿਰ ਨੂੰ ਬਾਬਾ ਮੋਰੀ ਜੀ ਆ ਗਏ। ਕਹਿਣ ਲੱਗੇ ਬਾਬਾ ਜੀ ਇਹ ਸਮਾਧੀ ਨਹੀਂ ਖੁੱਲਣੀ, ਬੈਠੇ ਰਹਿਣ ਦਿਓ, ਵਿਗੜ ਨਾ ਪਾਓ। ਬਾਬਾ ਬੁੱਢਾ ਸਾਹਿਬ ਜੀ ਨੇ ਬਚਨ ਸੁਣੇ, ਸੁਣ ਕੇ ਤੇ ਵਾਪਸ ਸ਼੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ ਨੇ। ਆ ਕੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਬੇਨਤੀ ਕੀਤੀ, ਦਾਤਾ ਕਾਰਜ ਵਾਸਤੇ ਗਿਆ ਸੀ ਪਰ ਉਹ ਕਾਰਜ ਸੰਪੂਰਨ ਨਹੀਂ ਹੋਇਆ। ਦੇਖੋ ਬਾਣੀ ਦੀ ਦਾਤ ਸਾਨੂੰ ਐਵੇਂ ਨਹੀਂ ਮਿਲੀ, ਬੜੀ ਵੱਡੀ ਮਸ਼ੱਕਤ ਘਾਲੀਏ, ਬਹੁਤ ਵੱਡੀ ਕਿਰਪਾ ਵਰਤੀਏ। ਸਾਨੂੰ ਪਤਾ ਹੀ ਨਹੀਂ ਹੁੰਦਾ ਵੀ ਸਤਿਗੁਰਾਂ ਦਾ ਪ੍ਰਕਾਸ਼ ਦਿਹਾੜਾ ਕਿੱਦਣ ਏ, ਸੰਪੂਰਨਤਾ ਦਿਵਸ ਕਿੱਦਣ ਏ। ਅਸੀਂ ਇੱਕ ਕਾਗਜ਼ ਔਰ ਅੱਖਰ ਸਮਝੀ ਬੈਠੇ ਹਾਂ। ਦੇਖਿਓ ਗੁਰੂ ਅਰਜਨ ਦੇਵ ਮਹਾਰਾਜ ਕਿੰਨਾ ਸਤਿਕਾਰ ਕਰਦੇ ਨੇ। ਜਦੋਂ ਆ ਕੇ ਬੇਨਤੀ ਕੀਤੀ ਤਾਂ ਮਹਾਰਾਜ ਸਾਹਿਬ ਜੀ ਅੰਮ੍ਰਿਤ ਬਚਨ ਵਿਚਾਰਦੇ ਨੇ, ਜਿਸ ਕਾ ਕਾਰਜ, ਹਾਂਜੀ ਜਿਸ ਕਾ ਕਾਰਜ ਬੋਲੋ ਤਿਨ ਹੀ ਕੀਆ ਮਾਨਸ ਕਿਆ। ਜਿਹਦਾ ਕਾਰਜ ਹੈ ਨਾ, ਜਿਹਦੀ ਡਿਊਟੀ ਲੱਗੀ ਕਰਨਾ ਉਹ ਨਹੀਂ ਏ। ਸਭ ਜਗ ਪਰ ਉਪਕਾਰ ਬੀੜ ਗੁਰੂ ਗ੍ਰੰਥ ਕੀ, ਹੋ ਬਿਦਤ ਹੈ ਜਗ ਮਾਹੇ ਰੀਤ ਸ਼ੁਭ ਪੰਥ ਕੀ। ਪਾਤਸ਼ਾਹ ਜੀ ਕਹਿਣ ਲੱਗੇ ਆਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਵਨ ਸਰੂਪ ਤਿਆਰ ਹੋਣਾ ਇਹ ਸਾਰੇ ਜਗ ਤੇ ਵੱਡਾ ਪਰ ਉਪਕਾਰ ਏ। ਤੇ ਉਸ ਵੇਲੇ ਸਤਿਗੁਰੂ ਮਹਾਰਾਜ ਗੁਰੂ ਅਰਜਨ ਦੇਵ ਮਹਾਰਾਜ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਕੇ ਬਖਸ਼ਿਸ਼ ਪ੍ਰਾਪਤ ਕਰਕੇ ਤੇ ਗੋਇੰਦਵਾਲ ਸਾਹਿਬ ਜੀ ਦੀ ਧਰਤੀ ਵੱਲੇ ਚੱਲ ਪਏ ਨੇ। ਜਿਸ ਵੇਲੇ ਧਰਤੀ ਤੇ ਪਹੁੰਚੇ ਗੋਇੰਦਵਾਲ ਸਾਹਿਬ ਵਿਖੇ ਸਭ ਤੋਂ ਪਹਿਲਾਂ ਜਾ ਕੇ ਸ਼੍ਰੀ ਬੌਲੀ ਸਾਹਿਬ ਵਿੱਚ ਇਸ਼ਨਾਨ ਕੀਤਾ। ਜਿਸ ਜਗ੍ਹਾ ਤੇ ਗੁਰੂ ਅਮਰਦਾਸ ਮਹਾਰਾਜ ਥੜਾ ਸਾਹਿਬ ਤੇ ਬੈਠਿਆ ਕਰਦੇ ਸੀ ਉੱਥੇ ਆ ਕੇ ਅਰਦਾਸ ਕੀਤੀ। ਤੇ ਜਦੋਂ ਅਰਦਾਸ ਕੀਤੀ ਉਦੋਂ ਕਵੀ ਨੇ ਉੱਥੇ ਅਨੁਭਵ ਵਾਲੇ ਬਚਨ ਲਿਖੇ ਨੇ। ਕਹਿੰਦੇ ਸਿਰ ਪਰ ਤਰ ਕਰ ਹਾਥ ਹਰਖ ਉਰ ਧਾਰ ਕੈ, ਸ੍ਰੀ ਅਰਜਨ ਸਿਉ ਭਣਿਓ ਕਾਜ ਲਿਓ ਸਾਰ ਕੈ, ਕੀਰਤ ਮੋਹਣ ਕਰੋ ਪੋਥੀਆਂ ਲੀਜੀਐ, ਹੋ ਸਭ ਜਗ ਪਰ ਉਪਕਾਰ ਬੀੜ ਅਬ ਕੀਜੀਐ। ਆਖੋ ਸਤਨਾਮ ਸ਼੍ਰੀ। ਸਿਰ ਪਰ ਧਰ ਕਰ ਹਾਥ, ਗੁਰੂ ਅਮਰਦਾਸ ਮਹਾਰਾਜ ਦੇ ਕਿਰਪਾ ਰੂਪੀ ਹੱਥ ਆਏ ਨੇ। ਗੁਰੂ ਅਮਰਦਾਸ ਮਹਾਰਾਜ ਦੇ ਅਨੁਭਵ ਬੋਲ ਆਏ, ਅਰਜਨ ਦੇਵ ਜੀ ਇਹ ਕਾਰਜ ਤੁਸਾਂ ਨੇ ਕਰਨਾ, ਉਸ ਨਿਰੰਕਾਰ ਦੀ ਕੀਰਤ ਕਰਦੇ ਚੱਲੋ ਤੇ ਜਿਸ ਕਾਰਜ ਵਾਸਤੇ ਆਏ ਹੋ ਉਹ ਕਾਰਜ ਸੰਪੂਰਨ ਕਰਕੇ ਜਾਓਗੇ। ਗੁਰੂ ਅਰਦਾਸ ਪ੍ਰਵਾਨ ਕਰਦਾ ਏ। ਜਿਸ ਵੇਲੇ ਗੁਰੂ ਅਰਜਨ ਦੇਵ ਮਹਾਰਾਜ ਗੋਇੰਦਵਾਲ ਸਾਹਿਬ ਨਾਨਾ ਗੁਰੂ ਦੇ ਘਰ ਤੋਂ ਚੁਬਾਰਾ ਸਾਹਿਬ ਵੱਲ ਨੂੰ ਚੱਲੇ ਨੇ ਤਾਂ ਫਿਰ ਸਰੰਦਾ ਲਿਆਏ ਤੇ ਫਿਰ ਕੀ ਕਰਦੇ ਨੇ, ਸ਼ਬਦ ਬਣਾਵਤ ਜਾਤ ਹੈ। ਹੁਣ ਮੈਂ ਸ਼ਬਦ ਪੜਾਂਗਾ, ਬਾਣੀ ਆਵਾਂਗਾ। ਸ਼ਬਦ ਬਣਾਵਤ ਜਾਤ ਹੈ, ਗਾਵਤ ਗੌੜੀ ਰਾਗ, ਗਾਵਤ ਗੌੜੀ ਰਾਗ, ਕਬ ਊਚੀ ਧੁਨ ਕਰਤ ਹੈ, ਕਬ ਧੁਨ ਸਹਿਜੇ ਲਾਗ। ਕੀਰਤਨ ਕਰਦੇ ਕਰਦੇ ਕਿੱਧਰ ਨੂੰ ਜਾ ਰਹੇ ਨੇ, ਚੁਬਾਰਾ ਸਾਹਿਬ ਵੱਲ ਨੂੰ। ਤੇ ਸ਼ਬਦ ਕੀ ਪੜ੍ਹਦੇ ਨੇ, ਉਸ ਨਿਰੰਕਾਰ ਦੀ ਉਸਤਤ ਵਿੱਚ। ਗੌੜੀ ਮਹੱਲਾ ਪੰਜਵਾ, ਮੋਹਣ ਤੇਰੇ ਉੱਚੇ ਮੰਦਰ ਮਹਿਲ ਅਪਾਰ, ਮੋਹਣ ਤੇਰੇ ਸੋਹਣ ਦਵਾਰ ਸੰਤ ਧਰਮਸਾਲ, ਧਰਮਸਾਲ ਅਪਾਰ ਦਿਆਰ ਠਾਕੁਰ, ਸਦਾ ਕੀਰਤਨ ਗਾਵਹਿ, ਜੈ ਸਾਧ ਸੰਤ ਇਕੱਤਰ ਹੋਵੈ, ਤਹਾਂ ਤੁਝੈ ਧਿਆਵਹਿ, ਕਰ ਦਇਆ ਮਇਆ ਦਿਆਲ ਸੁਆਮੀ, ਹੋ ਦੀਨ ਕਿਰਪਾਰ, ਬਿਨਵੰਤ ਨਾਨਕ ਦਰਸ ਪਿਆਸੇ, ਮਿਲ ਦਰਸ਼ਨ ਸੁਖ ਸਾਰਾ। ਆਖੋ ਜੀ ਸਤਨਾਮ ਸ਼੍ਰੀ। ਸ਼ਬਦ ਦਾ ਇੱਕ ਪਦਾ ਹੋ ਗਿਆ ਜੀ, ਚਾਰ ਪਦਿਆਂ ਵਾਲਾ ਸ਼ਬਦ ਹੈ।
ਜਦੋਂ ਇਹ ਸ਼ਬਦ ਪੜ੍ਹਿਆ ਨਾ, ਇੱਥੋਂ ਤੱਕ ਪਹੁੰਚੇ। ਕਮਾਲ ਦੀ ਗੱਲ ਜੇ ਗੁਰਸਿੱਖੋ, ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਆ ਕੇ ਪੂਰੀ ਵਾਹ ਲਾ ਲਈ। ਬਾਬੇ ਮੋਹਨ ਦੇ ਅੱਖਾਂ ਨਹੀਂ ਖੁੱਲੀਆਂ। ਕਮਾਲ ਦੀ ਗੱਲ ਹੋਰ ਜੇ, ਬਾਬਾ ਜੀ ਬਾਬਾ ਬੁੱਢਾ ਸਾਹਿਬ ਜੀ ਦਰਵਾਜ਼ਾ ਤੋੜ ਕੇ ਅੰਦਰ ਵੀ ਚਲੇ ਗਏ, ਮੋਢਿਆਂ ਤੋਂ ਹਿਲਾਇਆ ਵੀ, ਦਰਵਾਜ਼ਾ ਨਹੀਂ ਖੁੱਲਿਆ। ਪਰ ਜਦੋਂ ਇਹ ਅੰਮ੍ਰਿਤ ਬਾਣੀ ਦੀ ਆਵਾਜ਼, ਵਾਹਿਗੁਰੂ ਵਾਹਿਗੁਰੂ, ਬਾਣੀ ਦੇਖੋ ਕਿੱਥੇ ਪਹੁੰਚਾਉਂਦੀ ਜੇ। ਅੰਮ੍ਰਿਤ ਬਾਣੀ ਦੀ ਆਵਾਜ਼ ਬਾਬੇ ਮੋਹਨ ਦੇ ਕੰਨਾਂ ਵਿੱਚ ਗਈ, ਮਸਤ ਹੋ ਗਿਆ। ਕਹਿਣ ਲੱਗਾ, ਇੰਨੇ ਲੰਮੇਰੇ ਸਮੇਂ ਦੀ ਸਮਾਧੀ ਲਾਈ ਏ, ਇਹੋ ਜਿਹਾ ਰਸ ਨਹੀਂ ਆਇਆ। ਰਸ ਕਿੱਥੋਂ ਆ ਰਿਹਾ? ਸੋਚਦਾ ਅੰਦਰ ਕਵੀ ਨੇ ਬੜੇ ਸੋਹਣੇ ਅਲੰਕਾਰ ਬੱਧੇ ਨੇ। ਕਹਿਣ ਲੱਗਾ, ਇਹੋ ਜਿਹਾ ਰਸ ਕਿੱਥੋਂ ਆ ਰਿਹਾ? ਦੇਖੋ, ਆਵਾਜ਼ਾਂ ਮਾਰਨ ਦੇ ਨਾਲ ਸਮਾਧੀ ਨਹੀਂ ਖੁੱਲੀ, ਦਰਵਾਜ਼ਾ ਤੋੜਨ ਨਾਲ ਨਹੀਂ ਖੁੱਲੀ, ਪਰ ਅੰਮ੍ਰਿਤ ਬਾਣੀ ਨੇ ਉਹਨੂੰ ਉਹ ਰਸ ਦਿੱਤਾ। ਹਰ ਅੰਮ੍ਰਿਤ ਪਿੰਨੇ ਲੋਏ ਨਾ, ਉਹਦੇ ਭਿੱਜੇ ਹੋਏ ਨੇਤਰ ਸਹਿਜੇ ਸਹਿਜੇ ਝਮਕਣ ਲੱਗੇ ਨੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਥੋੜੇ ਜਿਹੇ ਨੇਤਰ ਖੁੱਲੇ, ਦੇਖਦਾ ਹੈ ਕੀਰਤਨ ਦੀ ਆਵਾਜ਼ ਕਿੱਥੋਂ ਕੀਰਤਨ ਦੀ ਆਵਾਜ਼, ਇਹ ਰਸ ਕਿੱਥੋਂ ਚੋਰਿਆ ਹੈ? ਬਾਣੀ ਦਾ ਰਸ ਹੈ। ਤੇ ਸਹਿਜੇ ਜੇ ਉੱਠਿਆ, ਉੱਠ ਕੇ ਚੁਬਾਰੇ ਦੀ ਤਾਕੀ ਸਮਝਦੇ, ਵਿੰਡੋ, ਉਹਨੂੰ ਖੋਲ ਕੇ ਨਾ ਥੋੜਾ ਜਿਹਾ ਥੱਲੇ ਵੇਖਿਆ, ਤੇ ਥੱਲੇ ਕਰੋੜਾਂ ਬ੍ਰਹਮੰਡਾਂ ਦੇ ਪਿਆਰ ਵਿੱਚ ਆਖੋ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਆਖੋ ਨਾ ਸੰਗੋ, ਧੰਨ ਗੁਰੂ। ਗੁਰ ਦਾ ਗੱਦੀ ਦਿਹਾੜਾ ਵੀ ਮਨਾਇਆ ਜਾਣਾ ਜੇ ਨਾਲ ਹੀ, ਇਹੀ ਤੇ ਗੁਣ ਗਾਉਣੇ ਨਾ। ਫਿਰ ਆਖੋ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਥੱਲੇ ਬੈਠੇ ਨੇ ਤੇ ਥੱਲੇ ਨੂੰ ਮੂੰਹ ਕਰਕੇ ਕਹਿਣ ਲੱਗਾ, ਦੇਖੋ ਕੈਸੇ ਬੋਲਣ ਲੱਗਾ। ਕਹਿੰਦਾ, ਲਾਜ ਨਾ ਧਰਿਓ ਆਪ। ਮੈਂ ਕੱਲਾ ਕੱਲਾ ਬੋਲ ਇਤਿਹਾਸ ਦੇ ਪੰਨਿਆਂ ਚੋਂ ਤੇ ਗੁਰਬਿਲਾਸ ਪਾਤਸ਼ਾਹੀ 6ਵੀਂ ਚੋਂ ਲੈ ਕੇ ਤੁਰਦਾ। ਬੰਦਾ ਤਰਕਸ਼ੀਲ ਤਰਕ ਨਾ ਕਰੇ, ਕੋਈ ਕਰੇਗਾ ਤੇ ਮੈਂ ਜਵਾਬ ਦਿਆਂਗਾ। ਕਹਿਣ ਲੱਗਾ, ਲਾਜ ਨਾ ਧਰਿਓ ਆਪ, ਅਬੇ ਚਲੇ ਆਇਓ। ਸਭ ਗੁਰੂ ਅਣ ਕੇ ਸ਼ਬਦ, ਸਭ ਗੁਰੂ ਅਣ ਕੇ ਸ਼ਬਦ ਲੈਣ ਉੱਠ ਧਾਇਓ। ਕਹਿਣ ਲੱਗਾ, ਤੁਸੀਂ ਇਲਾਜ ਨਹੀਂ ਕਰਦੇ? ਵੱਡੇ ਗੁਰੂ ਸਾਹਿਬਾਨਾਂ ਦੇ ਸ਼ਬਦ ਲੈਣ ਵਾਸਤੇ ਮੇਰੇ ਕੋਲ ਆਇਓ, ਮੈਂ ਇਹ ਬਾਣੀ ਦਾ ਖਜ਼ਾਨਾ ਤੁਹਾਨੂੰ ਨਹੀਂ ਦਿਆਂਗਾ। ਉੱਤੋਂ ਜਵਾਬ ਦੇ ਰਿਹਾ, ਸਮਾਧੀ ਖੁੱਲ ਗਈ। ਤਾਂ ਮਿੱਠ ਬੋਲੜਾ ਜੀ ਹਰ ਸੱਜਣ ਹਉ ਸੰਭਲ ਥੱਕੀ ਜੀ। ਨਹੀਂ ਬੋਲਦਾ। ਮੇਰੇ ਵਰਗੇ ਨੂੰ ਤੇ ਮਾੜੀ ਜੀ ਕੋਈ ਗੱਲ ਕਵੇ ਨਾ ਥੋੜੀ ਜੀ, ਤੇ ਮੈਂ ਅੱਗ ਭਗੋਲਾ ਹੋ ਜਾਣਾ। ਇਹ ਪ੍ਰੀਖਿਆ ਹੀ ਪਹਿਲੀ ਉੱਥੋਂ ਸ਼ੁਰੂ ਹੁੰਦੀ ਜੇ। ਗੁਰਦੁਆਰੇ ਆਓਗੇ ਨਾ ਜੀ, ਧਿਆਨ ਦੇ ਕੇ ਸੁਣਿਓ, ਤੁਹਾਨੂੰ ਦੋ ਤਰ੍ਹਾਂ ਦੇ ਬੰਦੇ ਮਿਲਣੇ ਜੇ। ਚੰਗੇ ਵੀ ਮਿਲਣੇ ਨੇ ਤੇ ਗੁਰਦੁਆਰੇ ਮੰਦੇ ਵੀ ਮਿਲਣੇ ਨੇ। ਸਭ ਤੋਂ ਪਹਿਲਾਂ ਤੁਹਾਨੂੰ ਬੰਦਾ ਹੀ ਉਹ ਮਿਲੇਗਾ, ਇਹ ਮਹਾਰਾਜ ਨੇ ਮਾਇਆ ਪਸਾਰਨੀ ਹੋ, ਜਿਹੜਾ ਤੁਹਾਨੂੰ ਕੌੜੇ ਸ਼ਬਦ ਬੋਲੇਗਾ। ਇਹ ਮਾਇਆ ਹੀ ਐਸੀ ਵਰਤਣੀ ਹੈ, ਉਹਦਾ ਕੌੜਾ ਬੋਲ ਬੋਲ ਕੇ ਪਰਤ ਨਹੀਂ ਜਾਣਾ, ਗੁਰੂ ਰਹਿਮਤ ਕਰੇਗਾ। ਤੁਸੀਂ ਸੱਚਖੰਡ ਜਾਂਦੇ ਹੋ ਦਰਬਾਰ ਸਾਹਿਬ, ਚਰਨ ਧੋ ਕੇ ਅੰਦਰ ਜਾਂਦੇ ਹੋ, ਉੱਥੇ ਕਈ ਦਰ ਸੇਵਾ ਹੀ ਹੈ, ਸੇਵਾਦਾਰ ਐਸੇ ਕੋੜੇ ਬੋਲਦਾ, ਉਹ ਭਾਈ ਜਰਾ ਪੈਰ ਧੋ ਕੇ ਜਾ। ਉਹਦੇ ਬੋਲ ਨੂੰ ਸਹਾਰ ਕੇ ਤੁਸੀਂ ਅੰਦਰ ਚਲੇ ਗਏ ਨਿਮਰਤਾ ਵਿੱਚ। ਜਾਂਦੇ ਜਾਂਦੇ ਪਹੁੰਚ ਰਹੇ ਹੋ ਦਰਬਾਰ ਵਿੱਚ, ਇੰਨੀ ਭਾਵਨਾ ਅੰਦਰ ਜਾਓਗੇ ਨਾ, ਹੋ ਸਕਦਾ ਗੁਰੂ ਰਾਮਦਾਸ ਦੇ ਅੰਦਰ ਦਰਬਾਰ ਤੱਕ ਜਾਣ ਦੀ ਤੁਹਾਨੂੰ ਜ਼ਰੂਰਤ ਨਾ ਪਵੇ। ਗੁਰੂ ਰਾਮਦਾਸ ਮਹਾਰਾਜ ਤੁਹਾਨੂੰ ਪਰਕਰਮਾ ਚ ਆ ਕੇ ਮੋਢੇ ਤੇ ਹੱਥ ਕਵੇ, ਦਰਸ਼ਨ ਕਰ। ਆਖੋ ਸਤਨਾਮ ਸ਼੍ਰੀ। ਹੁਣ ਬੋਲ ਸੁਣੇ ਨੇ, ਤੇ ਹੁਣ ਸ਼ਾਂਤੀ ਦੇ ਪੁੰਜ ਕੀ ਕਹਿੰਦੇ ਨੇ? ਮੋਹਣ ਤੇਰੇ ਬਚਨ ਅਨੂਪ। ਦੋਨੇ ਪੱਖ ਲੈਣੇ, ਪ੍ਰਤੱਖ ਵੀ ਤੇ ਉਹ ਨਿਰੰਕਾਰ ਵੀ। ਮੋਹਣ ਤੇਰੇ ਬਚਨ ਅਨੂਪ ਚਾਲ ਨਰਾਲੀ। ਮੈਂ ਸ਼ਬਦ ਪੜਨਾ, ਅਰਥ ਕਰਾਂਗਾ ਤੇ ਬੜਾ ਲੰਮਾ, ਕੱਲਾ ਕੱਲਾ ਪਦਾ ਪੜਨਾ। ਮੋਹਣ ਤੇਰੇ ਬਚਨ ਅਨੂਪ ਚਾਲ ਨਰਾਲੀ। ਮੋਹਣ ਤੂੰ ਮਨ ਏਕ ਜੀ ਅਵਰ ਸਭ ਰਾਲੀ। ਮਨ ਤਾਂ ਏਕ ਅਲੇਖ ਠਾਕੁਰ ਜਣੈ ਸਭ ਕਲ ਧਾਰੀਆ। ਤੁਧ ਬਚਨ ਗੁਰ ਕੈ ਵਸ ਕੀਆ ਆਦ ਪੁਰਖ ਬਨਵਾਰੀਆ। ਤੂੰ ਆਪ ਚੱਲਿਆ ਆਪ ਰਹਿਆ ਆਪ ਸਭ ਕਲ ਧਾਰੀਆ। ਬਿਨਵੰਤ ਨਾਨਕ ਪੈਜ ਰਾਖੋ ਸਭ ਸੇਵਕ ਸਰਣ ਤੁਮਾਰੀਆ। ਆਖੋ ਜੀ ਸਤਨਾਮ ਸ਼੍ਰੀ। ਜਦੋਂ ਦੂਜਾ ਪਦਾ ਪੜਿਆ ਨਾ ਗੁਰਮੁਖੋ,
ਤੇ ਜਿਹੜਾ ਬਾਬਾ ਮੋਹਣ ਕਹਿੰਦਾ ਸੀ ਮੈਂ ਪੋਥੀਆਂ ਨਹੀਂ ਦੇਣੀਆਂ, ਮੈਂ ਖਜ਼ਾਨਾ ਨਹੀਂ ਦੇਣਾ, ਕੌੜੇ ਬੋਲ ਬੋਲੇ ਸੀ ਨਾ, ਉਹ ਬਾਬਾ ਮੋਹਣ ਜੀ ਨੇ ਅੰਮ੍ਰਿਤ ਬਾਣੀਆਂ ਦਾ ਖਜ਼ਾਨਾ ਚੱਕਿਆ ਤਾਂ ਸਤਿਗੁਰੂ ਜੀ ਦੇ ਸਨਮੁਖ ਨੂੰ ਤੁਰਿਆ ਆਉਂਦਾ। ਸਤਿਗੁਰੂ ਜੀ ਦੇ ਸਨਮੁਖ ਨੂੰ ਜਦੋਂ ਤੁਰਿਆ ਰਿਹਾ ਤੇ ਸਤਿਗੁਰਾਂ ਨੇ ਦੇਖਿਆ ਬਾਬਾ ਮੋਹਣ ਜੀ ਆ ਰਹੇ ਨੇ, ਤਾਂ ਸਾਹਿਬ ਜੀ ਨੇ ਫਿਰ ਤੀਜਾ ਪਦਾ ਉਚਾਰਿਆ, ਮੋਹਣ ਤੁਧ ਸਤ ਸੰਗਤ ਧਿਆਵੈ ਦਰਸ ਧਿਆਨਾ, ਮੋਹਣ ਜਮ ਨੇੜ ਨ ਆਵੈ ਤੁਧ ਜਪੈ ਨਿਧਾਨਾ, ਜਮਕਾਲ ਤਨ ਕੋ ਲੱਗੈ ਨਾਹੀ ਜੋ ਇੱਕ ਮਨ ਧਿਆਵਹਿ, ਮਨ ਬਚਨ ਕਰਮ ਜੇ ਤੁਧ ਅਰਾਧੇ ਸੇ ਸਭੈ ਫਲ ਪਾਵਹਿ, ਮਲ ਮੂਤ ਮੂੜ ਜੇ ਮੁਗਧ ਹੋਤੇ ਸੋ ਦੇਖ ਦਰਸੋ ਗਿਆਨਾ, ਬਿਨਵੰਤ ਨਾਨਕ ਰਾਜ ਨਿਹਚਲ ਪੂਰਨ ਪੁਰਖ ਭਗਵਾਨ। ਇਹ ਤੀਜਾ ਪਦਾ ਹੋ ਗਿਆ। ਉਧਰੋਂ ਪੋਥੀਆਂ ਲੈ ਕੇ ਆ ਗਿਆ ਤਾਂ ਸਤਿਗੁਰੂ ਜੀ ਉੱਠੇ ਨੇ ਅੱਗਿਓਂ ਬਾਣੀ ਦਾ ਸਤਿਕਾਰ ਕਰਨ ਵਾਸਤੇ, ਤੇ ਜਦੋਂ ਅਗਾਂਹ ਹੋ ਕੇ ਹੱਥ ਕੀਤੇ ਪੋਥੀਆਂ ਲੈਣ ਵਾਸਤੇ, ਤੇ ਬਾਬਾ ਮੋਹਣ ਜੀ ਕਹਿੰਦੇ ਨਾ ਮੈਂ ਨਹੀਂ ਪੋਥੀਆਂ ਦੇਣੀਆਂ। ਆਖੋ ਸਤਨਾਮ ਸ਼੍ਰੀ। ਪੋਥੀਆਂ ਲੈ ਆਏ ਨੇ ਖਜ਼ਾਨਾ, ਕਹਿਣ ਲੱਗੇ ਮੈਂ ਨਹੀਂ ਦੇਣੀਆਂ। ਮਹਾਰਾਜ ਕਹਿੰਦੇ ਬਾਬਾ ਜੀ ਮਾਮਾ ਜੀ ਖਜ਼ਾਨਾ, ਕਹਿੰਦਾ ਨਾ ਪਹਿਲਾਂ ਤੁਹਾਡੇ ਚਰਨਾਂ ਤੇ ਮੱਥਾ ਟੇਕਾਂਗਾ। ਆਖੋ ਸਤਨਾਮ ਸ਼੍ਰੀ। ਉਹ ਕਾਰਜ ਨਿਭਾਉਣਾ ਏ। ਮੋਹਰੀ ਪੁੱਤ ਸਨਮੁਖ ਹੋਇਆ ਰਾਮ ਦਾਸੇ ਪੈਰੀ ਅੰਤੇ ਸਤਿਗੁਰ ਬੋਲਿਆ। ਜਦੋਂ ਬੋਚਨ ਹੋਏ ਸੀ ਨਾ ਮੱਥਾ ਟੇਕਣ ਵਾਸਤੇ, ਤੁਹਾਨੂੰ ਸਾਰੀ ਹਕੀਕਤ ਪਤਾ ਲੱਗ ਗਿਆ। ਕਹਿੰਦਾ ਨਹੀਂ ਪਹਿਲਾਂ ਚਰਨਾਂ ਤੇ ਮੱਥਾ ਟੇਕਣ ਦਿਓ। ਤਾਂ ਹੁਣ ਗੁਰੂ ਅਰਜਨ ਦੇਵ ਮਹਾਰਾਜ ਸ਼ਾਂਤੀ ਦੇ ਬੜੇ ਵੱਡੇ ਪੁੰਜ ਨੇ, ਕਹਿਣ ਲੱਗੇ ਮਾਮਾ ਜੀ ਇਦਾਂ ਨਾ ਕਰੋ, ਹਮਰੀ ਜਨਨੀ, ਹਮਰੀ ਮੇਰੀ ਮਾਂ, ਜਨਨੀ ਮਾਂ, ਮਾਤਾ ਜੀ ਮਾਤਾ ਭਾਨੀ ਜੀ ਸਦਕੇ ਜਾਈਏ। ਗੁਰੂ ਦੀ ਧੀ, ਘਰ ਵਾਲਾ ਗੁਰੂ, ਪੁੱਤਰ ਗੁਰੂ, ਪੋਤਰਾ ਗੁਰੂ, ਪੜੋਤੜਾ ਗੁਰੂ, ਧੰਨ ਮਾਤਾ ਭਾਨੀ ਜੀ ਤੁਹਾਨੂੰ ਬੰਦਨਾ ਜੇ। ਵਾਹਿਗੁਰੂ। ਮਹਾਰਾਜ ਕਹਿਣ ਲੱਗੇ ਹਮਰੀ ਜਨਨੀ ਕੇ ਵੱਡ ਭਰਾਤਾ, ਮੇਰੀ ਮਾਤਾ ਜੀ ਦੇ ਵੱਡੇ ਭਰਾਤਾ ਜੀ ਉਹ, ਲਾਗਤ ਹੋ ਮਾਤਲ ਸੁਖ ਦਾਤਾ, ਤੇ ਮੇਰੇ ਕੀ ਲੱਗੇ ਜੀ? ਫਿਰ ਗੱਜ ਕੇ ਬੋਲੋ ਕੀ ਲੱਗੇ? ਮਾਮਾ ਜੀ। ਤਾਂ ਸਾਹਿਬ ਜੀ ਕਹਿਣ ਲੱਗੇ ਹੁਣ ਦੱਸੋ ਵੀ ਭਾਣਜੇ ਦਾ ਫਰਜ਼ ਹੈ ਮੱਥਾ ਟੇਕਣਾ ਕਿ ਮਾਮੇ ਦਾ ਫਰਜ਼ ਹੈ? ਹੁਣ ਇੱਥੇ ਮਾਮੇ ਵਾਲਾ ਰਿਸ਼ਤਾ ਨਹੀਂ ਰਹਿਣਾ, ਇੱਥੇ ਸਿੱਖੀ ਵਾਲਾ ਰਿਸ਼ਤਾ ਰਹਿਣਾ ਹੈ। ਹਮਰੀ ਜਨਨੀ ਕੇ ਵੱਡ ਭਰਾਤਾ, ਲਾਗਤ ਹੋ ਮਾਤਲ ਸੁਖ ਦਾਤਾ। ਇੱਕ ਗੱਲ ਹੋਰ ਬੜੀ ਵੱਡੀ ਕਹੀ, ਕਹਿਣ ਲੱਗੇ ਪਿਤਾ ਤੁਮਾਰੇ ਗੁਰੂ ਗੰਭੀਰ, ਗੁਰੂ ਅਮਰਦਾਸ ਮਹਾਰਾਜ, ਪਿਤਾ ਤੁਮਾਰੇ ਗੁਰੂ ਗੰਭੀਰ, ਨਿਜ ਸੇਵਕ ਕੀ ਕਾਂਟਤ ਪੀਰ, ਜੇ ਮਾਤੁਲ ਸੰਬੰਧ ਵਿਚਾਰੈ ਬੰਧਨ ਠਾਨੈ ਉਚਿਤ ਹਮਾਰੇ। ਇਹ ਬੋਲ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੇ ਕਹੇ। ਤੇ ਜਦੋਂ ਇਹ ਅੰਮ੍ਰਿਤ ਬਚਨਾਂ ਨੂੰ ਬਾਬਾ ਮੋਹਣ ਜੀ ਨੇ ਸੁਣਿਆ ਤੇ ਝੂਮ ਗਏ ਪਿਆਰ ਵਿੱਚ, ਕਹਿਣ ਲੱਗੇ ਬੋਲੇ। ਇਹ ਬਚਨਾਂ ਨੂੰ ਸੁਣ ਕੇ ਬਾਬਾ ਮੋਹਣ ਜੀ ਕਹਿਣ ਲੱਗੇ ਨੇ, ਅਮਰਦਾਸ ਮਹਾਰਾਜ ਦੇ ਸਪੁੱਤਰ, ਕਹਿਣ ਲੱਗੇ ਅਰਜਨ ਭਗਤੀ ਸੁਤ ਮੇਰੇ। ਇਹ ਸੁਣ ਬਚਨ ਬਾਬਾ ਮੋਹਣ ਜੀ ਕਹਿਣ ਲੱਗੇ ਅਰਜਨ ਭਗਤੀ ਸੁਤ ਮੇਰੇ, ਪਰਸੋ ਚਰਨ ਕਮਲ ਅਬ ਤੇਰੇ, ਭੂਲ ਭਈ ਮੁਝ ਤੇ ਜੋ ਪਹਿਲੇ, ਬਖਸ਼ੋ ਅਬ ਨਿਜ ਕੀਜੈ ਸਹਲੇ, ਸਮਾਂ ਉਡੀਕਤ ਸੋ ਅਬ ਆਵਾ, ਕਰੋ ਕਿਰਪਾ ਦੂਖ ਬਨ ਦਾਵਾ। ਇਹ ਸੁਣ ਬੰਦਨ ਗੁਰਨੰਦਨ ਮੋਹਨ ਬੋਲਿਓ। ਇਹ ਬੋਲ ਬੋਲੇ ਨੇ, ਕਹਿਣ ਲੱਗੇ ਗੁਰੂ ਅਰਜਨ ਦੇਵ ਮਹਾਰਾਜ ਭਗਤੀ ਸੁਪੁੱਤਰ ਮੇਰੇ, ਮੈਂ ਤੁਹਾਡੇ ਚਰਨ ਪਰਸਾਂਗਾ, ਜਿਹੜੀ ਮੇਥੋਂ ਕਿਰਪਾ ਕਰੋ, ਭੁੱਲ ਪਹਿਲਾਂ ਹੋ ਗਈ ਜੇ ਉਹਨੂੰ ਮਾਫ ਕਰ ਦਿਓ, ਮੇਰੇ ਦੁੱਖਾਂ ਦਾ ਜੰਗਲ ਜਿਹੜਾ ਏ ਉਹ ਕਿਰਪਾ ਦੀ ਨਿਗਾਹ ਪਾ ਕੇ ਸਾੜ ਦਿਓ। ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਿਆ, ਤੇ ਜਦੋਂ ਮੱਥਾ ਟੇਕ ਕੇ ਪੋਥੀਆਂ ਅੱਗੇ ਰੱਖੀਆਂ ਤਾਂ ਗੁਰੂ ਅਰਜਨ ਦੇਵ ਮਹਾਰਾਜ ਕੀ ਕਹਿੰਦੇ ਨੇ, ਮੋਹਨ ਤੋਂ ਸੁਫਲ ਫਲਿਆ ਸਨ ਪਰਵਾਰੇ, ਮੋਹਨ ਪੁੱਤਰ ਮੀਤ ਕੁਟੰਬ ਸਭ ਤਾਰੇ, ਤਾਰਿਆ ਜਹਾਨ ਲਹਿਆ ਅਭਿਮਾਨ, ਜਿਨੀ ਦਰਸ਼ਨ ਪਾਇਆ ਜਿਨੀ ਤੁਧ ਨੂੰ ਧਨ ਕਹਿਆ, ਤਿਨ ਜਮ ਨੇੜ ਨ ਆਇਆ, ਬੇਅੰਤ ਗੁਣ ਤੇਰੇ ਕਥੇ ਨ ਜਾਹੀ, ਸਤਿਗੁਰ ਪੁਰਖ ਮੁਰਾਰੇ, ਬਿਨਵੰਤ ਨਾਨਕ ਟੇਕ ਰਾਖੀ ਪੈਜ ਰਾਖੀ, ਜਿਤ ਲਗ ਤਰਿਆ ਸੰਸਾਰੇ। ਆਖੋ ਸਤਨਾਮ ਸ਼੍ਰੀ।
ਪੋਥੀਆਂ ਪ੍ਰਾਪਤ ਹੋ ਗਈਆਂ। ਹੁਣ ਪੋਥੀਆਂ ਉੱਥੋਂ ਆਉਣੀਆਂ ਕਿਵੇਂ ਨੇ? ਕੋਈ ਸ਼ੰਕਾ ਕਰੇ ਤੇ ਗੋਇੰਦਵਾਲ ਸਾਹਿਬ ਜਾ ਕੇ ਅੱਜ ਵੀ ਉਹ ਪਾਲਕੀ ਸਾਹਿਬ ਜੀ ਦੇ ਦਰਸ਼ਨ ਦਿਦਾਰੇ ਹੁੰਦੇ ਨੇ, ਦਰਸ਼ਨ ਕਰ ਸਕਦੇ ਹੋ। ਪੋਥੀ ਸਭ ਖਾਸੇ ਪਰ ਆਵਤ, ਆਪ ਗੁਰੂ ਪਨਹੀ ਬਿਨ ਆਵਤ। ਚਮਰ ਚਾਰ ਚਹੋ ਦਿਸ ਝੂਲਤ, ਚਾਰ ਸਵੇਰੇ ਚੌਰ ਸਾਹਿਬ ਜੀ ਦੀ ਸੇਵਾ ਹੁੰਦੀ ਹੈ ਤੇ ਚਲਦਿਆਂ ਚਲਦਿਆਂ ਪੋਥੀਆਂ ਜੜੀਆਂ ਨੇ ਸਹਿਜੇ ਸਹਿਜੇ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚਣੀਆਂ ਨੇ। ਇਹ ਖਬਰ ਜਿਸ ਵੇਲੇ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ ਤੇ ਪਹੁੰਚੀ, ਸੁਣ ਬੁੱਢਾ ਸਾਹਿਬ ਆਨੰਦ ਪਾਏ, ਸਿੱਖ ਆਦ ਗੁਰਦਾਸ ਸੁਮਦਾਏ, ਸੁਣ ਗੰਗਾ ਮਨ ਆਨੰਦ ਪਾਏ, ਜਿਸ ਕਾਰਜ ਗਏ ਸੋ ਕਰ ਆਏ। ਆਖੋ ਸਤਨਾਮ ਸ਼੍ਰੀ। ਜਿਸ ਕਾਰਜ ਵਾਸਤੇ ਗਏ ਸੀ, ਜਦੋਂ ਚੱਲ ਕੇ ਸਾਰਾ ਕੁਝ ਕਾਰਜ ਹੋ ਗਿਆ ਤਾਂ ਪੋਥੀਆਂ ਜਦੋਂ ਤੁਸੀਂ ਅੰਮ੍ਰਿਤਸਰ ਸਾਹਿਬ ਸਰੋਵਰ ਦੇ ਸਾਹਮਣੇ ਦੁੱਖ ਭੰਜਨ ਬੇਰੇ ਜੀ, ਉਹਦੇ ਨਾਲ ਥੜਾ ਸਾਹਿਬ, ਜਿਹਨੂੰ ਆਪਾਂ ਕਹਿੰਦੇ 860 ਘਾਟ, 860 ਘਾਟ ਕਹਿੰਦੇ ਉਸ ਸਥਾਨ ਨੂੰ, ਉੱਥੇ ਪੋਥੀਆਂ ਰੱਖ ਕੇ ਤਾਂ ਮੇਰੇ ਪਾਤਸ਼ਾਹ ਜੀ ਫਿਰ ਬਚਨ ਕੀ ਪੜ੍ਹਦੇ ਨੇ, ਹਮ ਤਨਵੰਤ ਭਾਗੜ ਸਚ ਨਾਏ, ਹਰ ਗੁਣ ਗਾਵੇ ਸਹਿਜ ਸੁਭਾਏ, ਪਿਓ ਦਾਦੇ ਕਾ ਖੋਲ ਡਿਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਧਾਨਾ, ਰਤਨ ਲਾਲ ਜਾਂ ਕਾ ਕਛੂ ਨ ਮੋਲ, ਭਰੇ ਭੰਡਾਰ ਅਖੂਟ ਤੋਲ, ਖਾਵੇਂ ਖਰਚੇ ਰਲ ਮਿਲ ਭਾਈ, ਟੋਟ ਨ ਆਵੇ ਵਧਦੋ ਜਾਈ, ਕਹੋ ਨਾਨਕ ਜਿਸ ਮਸਤਕ ਲੇਖ ਲਖਾਏ, ਸੋ ਏਤ ਖਜ਼ਾਨੇ ਲਿਆਰ ਲਾਏ। ਇਹ ਸ਼ਬਦ ਉਚਾਰਨ ਕੀਤਾ। ਉਸ ਤੋਂ ਬਾਅਦ ਗੁਰੂ ਅਰਜਨ ਦੇਵ ਮਹਾਰਾਜ ਨੇ ਭਾਈ ਗੁਰਦਾਸ ਸਾਹਿਬ ਜੀ ਨੂੰ ਹੁਕਮ ਕੀਤਾ ਵੀ ਉਹ ਸਥਾਨ ਚੁਣੋ ਜਿੱਥੇ ਬਿਲਕੁਲ ਇਕਾਂਤ ਹੋਵੇ। ਉਹ ਸਥਾਨ ਕਿਹੜਾ ਏ? ਨਿਤ ਪ੍ਰਤ ਨਹਾਵਣ ਰਾਮਸਰ ਕੀਜੈ। ਨਿਤ ਪ੍ਰਤ ਨਹਾਵਣ, ਬਾਣੀ ਦੇ ਅੰਮ੍ਰਿਤ ਬਚਨ ਨੇ, ਨਿਤ ਪ੍ਰਤ ਨਹਾਵਣ ਰਾਮਸਰ ਕੀਜੈ, ਝੋਲ ਮਹਾਰਸ ਅੰਮ੍ਰਿਤ ਪੀਜੈ, ਨਿਰਮਲ ਉਦਕ ਗੋਬਿੰਦ ਕਾ ਨਾਮ, ਮੱਜਣ ਕਰਤ ਪੂਰਨ ਸਭ ਕਾਮ, ਸੰਤ ਸੰਗ ਤੈ ਗੋਸ਼ਟ ਹੋਏ, ਕੋਟ ਜਨਮ ਕੇ ਕਿਲ ਬਿਖ ਖੋਏ। ਉਸ ਅਸਥਾਨ ਤੇ ਸਤਿਗੁਰੂ ਮਹਾਰਾਜ ਨੇ ਅੰਮ੍ਰਿਤ ਬਾਣੀ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੂੰ ਲਖਾਰੀ ਲਿਖਾ ਕੇ ਤਾਂ ਪਾਤਸ਼ਾਹ ਜੀ ਲਿਖਾਈ ਜਾਂਦੇ ਨੇ। ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਸਵਾਲ ਕੀਤਾ, ਭਾਈ ਗੁਰਦਾਸ ਸਾਹਿਬ ਜੀ ਤੁਹਾਨੂੰ ਕਿਵੇਂ ਪਤਾ ਵੀ ਇਹ ਰੱਬੀ ਧੁਰ ਕੀ ਬਾਣੀ ਜਾਂ ਕਾਲੀ ਬਾਣੀ ਹੈ? ਹੁਣ ਭਾਈ ਗੁਰਦਾਸ ਸਾਹਿਬ ਦੀ ਅਵਸਥਾ ਕਿੱਥੇ ਸੀ ਉਹ ਦੇਖਿਓ। ਭਾਈ ਗੁਰਦਾਸ ਸਾਹਿਬ ਜੀ ਨੇ ਜਵਾਬ ਬੜਾ ਸੋਹਣਾ ਦਿੱਤਾ। ਕਹਿਣ ਲੱਗੇ ਜਿਵੇਂ ਇੱਕ ਬੀਬਾ ਭੈਣ ਬਾਹਰ ਕਿਧਰੇ ਆਪਣੇ ਘਰ ਵਿੱਚ ਕਾਰੋਬਾਰ ਕੰਮ ਕਰਦੀ ਹੋਵੇ, ਹਾਂਜੀ ਬੀਬੀ ਕਾਰੋਬਾਰ ਕਰਦੀ ਏ, ਕਮਰੇ ਦੇ ਵਿੱਚ 4-5 ਜਾਣੇ ਸਿੱਖ ਬੈਠੇ ਨੇ, ਬੰਦੇ ਬੈਠੇ ਨੇ, ਆਪਸ ਵਿੱਚ ਗੱਲਾਂ ਕਰਦੇ ਨੇ। ਉਹ ਬੀਬੀ ਬਾਹਰ ਕੰਮ ਕਰ ਰਹੀ ਏ, ਪਰ ਜਦੋਂ ਉਹਦਾ ਪਤੀ ਉਹਨੂੰ ਆਵਾਜ਼ ਦੇਵੇਗਾ, ਉਹ ਬੀਬੀ ਉਸੇ ਵੇਲੇ ਪਛਾਣ ਜਾਵੇਗੀ ਇਹ ਮੇਰੇ ਪਤੀ ਦੀ ਆਵਾਜ਼ ਹੈ। ਤਾਂ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਮੈਨੂੰ ਇਹ ਗਿਆਨ ਹੈ, ਇਹ ਨਿਰੰਕਾਰ ਦੀ ਬਾਣੀ ਹੈ, ਇਹ ਮੇਰੇ ਪਤੀ ਦੀ ਬਾਣੀ ਹੈ। ਜਿਸ ਵੇਲੇ ਬਾਣੀ ਚਲਦਿਆਂ ਚਲਦਿਆਂ ਅਜੇ ਤਕਰੀਬਨ 260-62 ਅੰਗ ਤੇ ਬਾਣੀ ਪਹੁੰਚੀਏ, ਉਸ ਵੇਲੇ ਬੇਨਤੀ ਬਾਬਾ ਬੁੱਢਾ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਕੀਤੀ, ਮਹਾਰਾਜ 24,000 ਸਵਾਸ ਨਰ ਲਈ, 8 ਪੈਰ ਪ੍ਰਭ ਕੋ ਬਿਸਰੇਈ, ਨਿਸ ਦਿਨ ਮਾਇਆ ਕੇ ਮਦ ਰਾਤਾ, ਜਪੇ ਨਾ ਤਾਹੇ ਉਦਰ ਜੋ ਤਰਾਤਾ, ਤਾਂ ਤੇ ਜਤਨ ਕੋ ਕੀਜੀਐ, ਸਵਾਸ ਸਫਲ ਜੇ ਹੋਏ, 8 ਪੈਰ ਕੇ ਸਵਾਸ ਜੇ ਜਾਹੇ ਜਪੇ ਗਤ ਹੋਏ। ਮਹਾਰਾਜ 24,000 ਭਾਵੇਂ ਗਿਣਤੀ ਵੱਧਦੀ ਘਟਦੀ ਹੈ, ਵਕਾਰੀਆਂ ਨੂੰ ਜ਼ਿਆਦੇ ਆਉਂਦੇ ਨੇ, ਅਭਿਆਸੀਆਂ ਨੂੰ ਇਹ ਘੱਟ ਵੀ ਜਾਂ ਥੋੜੇ ਆਉਂਦੇ ਨੇ, ਪਰ 24,000 ਮੰਨਦੇ ਨੇ। ਮਹਾਰਾਜ ਰਾਤ ਦਿਨ ਕੋਈ ਐਸੀ ਬਾਣੀ ਉਚਾਰੋ ਜਿਹਦੇ ਕਰਕੇ ਬੰਦੇ ਦੇ ਵੱਧਦੇ ਘਟਦੇ ਸਵਾਸ ਜਿਹੜੇ ਨੇ ਉਹ ਸਫਲ ਹੋ ਜਾਣ। ਤੇ ਜਦੋਂ ਇਹ ਬੇਨਤੀ ਪਾਤਸ਼ਾਹ ਜੀ ਨੇ ਕੀਤੀ, ਚਰਨਾਂ 'ਚ ਕੀਤੀ, ਤਾਂ ਸਤਿਗੁਰਾਂ ਨੇ ਸੁਖਮਣੀ ਸਾਹਿਬ ਜੀ ਦੀ ਬਾਣੀ ਉਚਾਰਨ ਕਰਕੇ ਨਾਲ ਇਹ ਮਹਾਤਮ ਦੱਸਿਆ, प्रात काल के समय में पढ़े को हित धार, यह पढ़े फल सबे लहे, सुने लहे फल चार, ऊंच नीच नर को पढ़े काल निकट न आए, अंत काल सिमरत गुरु परम धाम पुन जाए। आखो सतनाम श्री
ਸੁਖਮਨੀ ਸਾਹਿਬ ਉਚਾਰਨ ਕਰਕੇ ਕਿਹਾ ਅੰਮ੍ਰਿਤ ਵੇਲੇ ਬਾਣੀ ਪੜ੍ਹੇਗਾ, ਕੋਈ ਪੜ੍ਹ ਲਵੇਗਾ, ਕੋਈ ਸੁਣ ਲਵੇਗਾ, ਉਹਦੇ ਲਾਗੇ ਕਾਲ ਨਹੀਂ ਆਵੇਗਾ, ਉਹ ਜੀਵਨ ਮੁਕਤ ਹੋ ਜਾਵੇਗਾ। ਬਾਣੀ ਸੰਪੂਰਨਤਾ 'ਚ ਆ ਗਈ। ਜਿਸ ਵੇਲੇ ਸੰਪੂਰਨਤਾ 'ਚ ਆਈ ਤਾਂ ਫਿਰ ਉਹ ਚਾਰ ਭਗਤ ਆ ਗਏ ਨੇ। ਅੱਗੇ ਮੈਂ ਨਾਂ ਲਵਾਂਗਾ, ਅਜੇ ਨਹੀਂ। ਕਾਵਰਾਜ ਕਵੀ ਸੰਤੋਖ ਸਿੰਘ ਜੀ ਨੇ ਆ ਕੇ ਮਹਾਰਾਜ ਉਹ ਜੋ ਬੱਚਾ ਲਿਖੇ ਨੇ ਕਲਮਬੰਦ ਕੀਤਾ, ਜੋ ਉਹਨਾਂ ਭਗਤਾਂ ਨੇ ਆ ਕੇ ਕਿਹਾ ਉਹ ਕਲਮਬੰਦ ਕੀਤੇ ਨੇ। ਆ ਕੇ ਕਹਿਣ ਲੱਗੇ ਮਿਰਤਕ ਭਏ ਲਿਖਤਨ ਬਾਨੀ, ਹਮ ਜੀਵਤ ਕੀ ਸ਼ੁੱਧ ਨਹਿ ਲੀਨ, ਜੇ ਹਮਰੇ ਤੁਮ ਸ਼ਬਦ ਲਿਖੋ ਨਹਿ, ਕਿਮ ਪ੍ਰਮਾਣ ਹੋਏ ਗ੍ਰੰਥ ਨਵੀਨ, ਪੜ੍ਹੇ ਨਾ ਸੁਣੇ ਨਾ ਕਹਿਓ ਨਾ ਮਨ ਹੈ, ਲਿਖੇ ਨਾ ਜੇ ਨਰ ਅਦਕ ਪ੍ਰਬੀਣ, ਤਾਤੇ ਨੀਕੀ ਬਾਤ ਨਾ ਕੀਨਸ, ਤੁਮ ਹੋ ਜਗ ਗੁਰ ਲੀ ਜਹੋ ਚੀਨ। ਇਹ ਚਾਰ ਭਗਤਾਂ ਨੇ ਆ ਕੇ ਕਹਿਣ ਲੱਗਾ ਜਿਹੜੇ ਜੀ ਪਹਿਲਾਂ ਚਲੇ ਗਏ ਨੇ, ਕਾਨਾ ਹੁਸੈਨ ਪੀਲੂ ਛੱਜੂ, ਉਹਨਾਂ ਦੀ ਤੇ ਬਾਣੀ ਤੁਸਾਂ ਨੇ ਲਿਖ ਲਈ ਜੇ, ਤੇ ਜਿਹੜੇ ਅਸੀਂ ਜਿਉਂਦੇ ਆ ਜੇ ਤੇ ਸਾਨੂੰ ਤੁਸੀਂ ਬੁਲਾਵਾ ਨਹੀਂ ਭੇਜਿਆ। ਕਹਿੰਦੇ ਮਿਰਤਕ ਭਏ ਲਿਖਤਨ ਬਾਨੀ, ਹਮ ਜੀਵਤ ਕੀ ਸ਼ੁੱਧ ਨਾ ਲੀਨ। ਜਦੋਂ ਇਹਨਾਂ ਦੇ ਬੋਲ ਸਾਰੇ ਸੁਣੇ ਤਾਂ ਬੋਲੇ ਕੌਣ? ਗੁਰੂ ਅਰਜਨ ਦੇਵ ਮਹਾਰਾਜ ਬੋਲੇ ਸ੍ਰੀ ਅਰਜਨ ਹਮ ਬਾਨੀ, ਜਿਤ ਕਿਤ ਹੁਤੀ ਕਰੀ ਇਕ ਥਾਏ, ਸਗਲ ਬ੍ਰਿੰਦ ਤਹਿ ਲਖ ਕਰ ਆਏ, ਤਿਨ ਸਿਓ ਕਹਿਓ ਸੋ ਹਮ ਸਮਝਾਏ, ਗੁਰਬਾਣੀ ਅਨੁਸਾਰ ਬਣਾਏ, ਦੇਖ ਮਿਲਤ ਸੋ ਲਈ ਲਖਾਏ, ਅਬ ਤੁਮ ਆਏ ਕਰੋ ਸ਼ਬਦ ਨਿਜ, ਸੁਣੈ ਉਚਿਤ ਤਬ ਲੇਹ ਚੜਾਏ। ਸਿੱਧੀ ਸਿੱਧੀਆਂ ਬਾਤਾਂ ਹੋ ਗਈਆਂ ਨੇ। ਮਹਾਰਾਜ ਕਹਿਣ ਲੱਗੇ ਤੁਸੀਂ ਆ ਗਏ, ਉਹ ਆਏ ਸੀ, ਬਾਣੀ ਅਨੁਸਾਰ ਬਣਾਈਏ, ਅਸੀਂ ਲਿਖ ਦਿੱਤੀ ਏ, ਤੁਸੀਂ ਆ ਗਏ ਹੋ, ਜੀ ਆਇਆਂ ਨੂੰ। ਜੀ ਆਖੋ ਸਤਨਾਮ ਸ਼੍ਰੀ। ਕੋਈ ਆਵੇ ਤੇ ਜੀ ਆਇਆਂ ਨੂੰ, ਜੀ ਆ ਗਏ ਹੋ, ਜੀ ਆਇਆਂ ਨੂੰ। ਮਿੱਠ ਬੋਲੜੇ ਮੇਰੇ ਪਾਤਸ਼ਾਹ ਜੀ, ਜੀ ਆਇਆਂ ਨੂੰ। ਹੁਣ ਤੁਸੀਂ ਬੋਲੋ ਤੇ ਅਸੀਂ ਤੁਹਾਡੇ ਸ਼ਬਦ ਜਿਹੜੇ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਕਲਮ ਬੰਦ ਕਰ ਦਿਆਂਗੇ, ਲਿਖਾ ਦਿਆਂਗੇ। ਤੇ ਸਭ ਤੋਂ ਪਹਿਲਾਂ ਕਾਨਾ ਬੋਲਣ ਲੱਗਾ, ਕਹਿੰਦਾ ਉਹੀ ਰੇ ਮੈਂ ਉਹੀ ਰੇ, ਜਾਂ ਕੋ ਨਾਰਦ ਸਾਰਦ ਸੇਵੈ, ਜਾਂ ਕੋ ਨਾਰਦ ਸਾਰਦ ਸੇਵੈ, ਸੇਵੈ ਦੇਵੀ ਦੇਵਾ ਰੇ, ਬ੍ਰਹਮਾ ਵਿਸ਼ਨ ਮਹੇਸ਼ ਆਰਾਧੇ, ਸਭ ਕਰਦੇ ਜਾਂ ਕੀ ਸੇਵਾ ਰੇ, ਕਹੇ ਕਾਨਾ ਮਮ ਆਸ ਸਰੂਪ ਹੈ, ਅਪਰੰਪਰ ਲਖ ਪੇਵਾਰੇ। ਮਹਾਰਾਜ ਕਹਿਣ ਲੱਗੇ ਇਹਦੇ ਚ ਹੰਕਾਰ ਬੋਲਦਾ ਏ, ਇਹਦੇ ਬਾਣੀ ਇਹ ਕਬੂਲ ਨਹੀਂ ਹੋਵੇਗੀ, ਕਿਉਂਕਿ ਹਰ ਜੀਓ ਹੰਕਾਰ ਨਾ ਭਾਵਈ, ਵੇਦ ਕੂਕ ਸੁਣਾਵੇ। ਪੀਲੂ ਆਇਆ, ਮਹਾਰਾਜ ਕਹਿੰਦਾ ਜੀ ਮੈਂ ਸੁਣਾਵਾਂ। ਮਹਾਰਾਜ ਕਹਿੰਦੇ ਸੁਣਾ। ਪੀਲੋ ਆਸਾਂ ਨਾਲੋਂ ਸੇ ਮੋਏ, ਉਹ ਸੁਣਾਉਣ ਲੱਗਾ ਆਸਾਂ ਨਾਲੋਂ ਸੇ ਮੋਏ, ਜੋ ਜੰਮਦਿਆਂ ਮੋਏ, ਉਹਨਾਂ ਚੀਕੜ ਪਾਵਨਾ ਬੋੜਿਆ ਨਾ ਆਲੂਦ ਭਏ। ਕਹਿੰਦਾ ਜੀ ਸਾਡੇ ਨਾਲ ਉਹ ਚੰਗੇ ਨੇ ਜਿਹੜੇ ਛੋਟੇ ਹੁੰਦੇ ਹੀ ਮਰ ਗਏ ਨੇ ਜਾਂ ਜੰਮਣ ਹੀ ਨਾ। ਤੇ ਮਹਾਰਾਜ ਕਹਿਣ ਲੱਗੇ ਨਹੀਂ ਉਹ ਸੱਜਣਾ, ਜੰਮਣ ਮਰਨ ਹੁਕਮ ਹੈ ਭਾਣੇ ਆਵੇ ਜਾਏ। ਜੰਮਣਾ ਤੇ ਮਰਨਾ ਵਾਹਿਗੁਰੂ ਦੇ ਹੁਕਮ ਅੰਦਰ, ਇਹ ਬੋਲ ਕਬੂਲ ਨਹੀਂ ਹੋਣੇ। ਤੇ ਜਾ ਪੀਲੂ ਬੋਲਿਆ, ਕਹਿੰਦਾ ਕਾਗਦ ਸੰਧੀ ਪੂਤਲੀ। ਆਖੋ ਜੀ ਸਤਨਾਮ ਸ਼੍ਰੀ। ਯਾਰ ਸੌਂਗੇ ਜੇ, ਗੱਜ ਕੇ ਆਖੋ ਸਤਨਾਮ ਸ਼੍ਰੀ। ਸੈਕਟਰੀ ਸਾਹਿਬ ਵੀ ਜ਼ੋਰ ਲਾਉਂਦੇ ਰਹਿੰਦੇ, ਬੋਲਦੇ ਹੀ ਨਹੀਂ। ਗੱਜ ਕੇ ਬੋਲੋ ਸਤਨਾਮ ਸ਼੍ਰੀ। ਪੀਲੂ ਬੋਲਣ ਲੱਗਾ, ਕਹਿੰਦਾ ਕਾਗਦ ਸੰਧੀ ਪੂਤਲੀ, ਤਉ ਨਾ ਤ੍ਰਿਆ ਨਿਹਾਰ, ਜਿਉਂ ਹੀ ਮਾਰ ਲਜਾਵਹੀ ਜਥਾ ਬਲੋਚਣ ਧਾੜ। ਕਹਿਣ ਲੱਗਾ ਜੀ ਜਿਹੜੀ ਕਿਤੇ ਕਾਗਜ਼ ਦੀ ਵੀ ਔਰਤ ਬਣੀ ਹੋਵੇ ਨਾ, ਉਹਨੂੰ ਵੀ ਨਹੀਂ ਵੇਖਣਾ ਚਾਹੀਦਾ, ਲੁੱਟ ਕੇ ਲੈ ਜਾਂਦੀ ਏ। ਤਾਂ ਗੁਰੂ ਅਰਜਨ ਦੇਵ ਮਹਾਰਾਜ ਸੁਣ ਕੇ ਕਹਿਣ ਲੱਗੇ ਉਹ ਭਲਿਆ ਨਹੀਂ, ਸੋ ਕਿਉਂ ਮੰਦਾ ਆਖੀਐ, ਜਿਤ ਜੰਮੈ ਰਾਜਾਨ। ਦੇਖੋ ਜਿੱਥੇ ਗੁਰੂ ਅਮਰਦਾਸ ਮਹਾਰਾਜ ਨੇ 22 ਮੰਜੀਆਂ ਤਿਆਰ ਕੀਤੀਆਂ, ਉਹਨਾਂ ਤੇ ਸਿੱਖ ਬੈਠ ਕੇ ਪ੍ਰਚਾਰ ਕਰਦੇ ਸਨ, ਉੱਥੇ ਗੁਰੂ ਅਮਰਦਾਸ ਮਹਾਰਾਜ ਨੇ 52 ਪੀੜੇ ਤਿਆਰ ਕੀਤੇ ਨੇ। ਉਹਨਾਂ 52 ਪੀੜਿਆਂ ਤੇ ਮੇਰੀਆਂ ਮਾਤਾਵਾਂ ਤੇ ਮੇਰੀਆਂ ਭੈਣਾਂ ਤੇ ਮੇਰੀਆਂ ਧੀਆਂ ਬੈਠ ਕੇ ਸਿੱਖੀ ਦਾ ਪ੍ਰਚਾਰ ਕਰਦੀਆਂ ਸੀ। ਆਖੋ ਸਤਨਾਮ ਸ਼੍ਰੀ। ਫਿਰ ਕਿਵੇਂ ਲਿਖ ਲੈਂਦੇ? ਹੁਸੈਨ ਬੋਲਿਆ, ਮਹਾਰਾਜ ਕਹਿੰਦੇ ਤੂੰ ਵੀ ਬੋਲ। ਕਹਿਣ ਲੱਗਾ ਚੁੱਪ ਵੇ ਅੜਿਆ, ਚੁੱਪ ਵੇ ਅੜਿਆ, ਬੋਲਣ ਦੀ ਨਹੀਂ ਜਾ ਵੇ ਅੜਿਆ। ਸੱਜਣਾ ਬੋਲਣ ਦੀ ਜਾਹੇ ਨਾਹੀਂ, ਅੰਦਰ ਬਾਹਰ ਹਿੱਕਾਂ ਸਾਈ, ਕਿਸ ਨੂੰ ਆਖ ਸੁਣਾਈ,
ਇੱਕੋ ਦਿਲਬਰ ਸਭ ਕਟ ਅੰਦਰ, ਦੂਜੀ ਨਾਹੀਂ ਕਦਾਈ, ਕਹੇ ਫਕੀਰ ਹੁਸੈਨ ਨਿਮਾਣਾ, ਸਤਿਗੁਰ ਤੇ ਬਲ ਜਾਈ। ਮਹਾਰਾਜ ਕਹਿਣ ਲੱਗੇ ਨਹੀਂ, ਲੱਭ ਲੋਭ ਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾਹੀ ਬੋਲਣਾ, ਬੋਲਣਾ ਇਹ ਸੰਜਮ ਨਾਲ ਬੋਲਣਾ, ਚੁੱਪ ਨਹੀਂ ਕਰਨਾ। ਸਤਿਗੁਰਾਂ ਨੇ ਇਨਕਾਰ ਕਰਤਾ। ਬਾਣੀ ਤਿਆਰ ਹੋ ਗਈ। ਜਿਸ ਵੇਲੇ ਬਾਣੀ ਤਿਆਰ ਹੋ ਗਈ ਸਰੂਪ, ਉਸ ਵੇਲੇ ਮਹਾਰਾਜ ਕਹਿੰਦੇ ਪ੍ਰਕਾਸ਼ ਕਿੱਥੇ ਹੋਵੇ, ਇਹਨੂੰ ਗ੍ਰੰਥੀ ਕਿਹਨੂੰ ਲਾਉਣਾ ਹੈ। ਸ੍ਰੀ ਗੁਰੂ ਗ੍ਰੰਥ ਮੰਜੀ ਪਰ ਸਾਜੇ, ਆਪ ਸਤਿਗੁਰੂ ਜੀ ਥੱਲੇ ਜ਼ਮੀਨ ਤੇ ਆਸਣ ਲਾ ਕੇ ਬੈਠੇ ਨੇ। ਫਿਰ ਵਿਚਾਰ ਕਰਦੇ ਨੇ, ਚਾਰ ਗੁਰੂ ਕੀ ਸੇਵਾ ਕਰੀ ਪਾਇਓ ਪਰਮ ਨਿਧਾਨ, ਸੇਵਕ ਕੀ ਇਹ ਵਸਤ ਹੈ। ਇਹ ਸੇਵਕ ਦੀ ਵਸਤ ਹੈ, ਵੱਡੇ ਗੁਰੂ ਸਾਹਿਬਾਨਾਂ ਦੀ ਸੇਵਾ ਕੀਤੀ ਹੈ। ਕਿਹਦੇ ਵੱਲੇ ਇਸ਼ਾਰਾ ਚੱਲ ਰਿਹਾ ਹੈ? ਬਾਬਾ ਜੀ, ਬਾਬਾ ਬੁੱਢਾ ਸਾਹਿਬ ਜੀ ਵੱਲੇ। ਜਿਸ ਵੇਲੇ ਦਿਨ ਚੜ੍ਹਿਆ ਤਾਂ ਮਹਾਰਾਜ ਪੁੱਛਦੇ ਨੇ ਗੁਰੂ ਅਰਜਨ ਦੇਵ ਮਹਾਰਾਜ, ਬਾਬਾ ਬੁੱਢਾ ਸਾਹਿਬ ਜੀ, ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਿੱਥੇ ਹੋਣਾ ਚਾਹੀਦਾ? ਤਾਂ ਬਾਬਾ ਬੁੱਢਾ ਸਾਹਿਬ ਜੀ ਨੇ ਬਚਨ ਕੀਤੇ, ਗੁਰਦੇਵ ਮਹਾਰਾਜ ਤੁਸੀਂ ਜਾਣਦੇ ਹੋ, ਤੁਹਾਥੋਂ ਕੁਝ ਲੁਕਿਆ ਛੁਪਿਆ ਨਹੀਂ। ਅਗਰ ਜੇ ਦਾਸ ਤੋਂ ਪੁੱਛਦੇ ਹੋ, ਸ੍ਰੀ ਗੁਰੂ ਗ੍ਰੰਥ ਲਾਇਕ ਦਰਬਾਰਾ ਔਰ ਸਥਾਨ ਨਾ ਕੋਈ ਮੁਰਾਰਾ, ਹੋਰ ਕੋਈ ਜਗ੍ਹਾ ਨਹੀਂ। ਫਿਰ ਉਹ ਚੱਲਦੇ ਆ ਬਾਬਾ ਬੁੱਢਾ ਸਾਹਿਬ ਜੀ ਦੇ ਸੀਸ ਤੇ, ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪ ਨੇ। ਗੁਰੂ ਅਰਜਨ ਦੇਵ ਮਹਾਰਾਜ ਚੌਰ ਕਰਦੇ ਕਰਦੇ ਸੱਚਖੰਡ ਦਰਬਾਰ ਸਾਹਿਬ ਪਹੁੰਚੇ ਨੇ। ਜਦੋਂ ਉੱਥੇ ਪਹੁੰਚੇ ਨੇ, ਕੈਸਾ ਆਨੰਦ ਆ। ਜਰਾ ਕੁ ਦਰਬਾਰ 'ਚ ਬੈਠੇ ਹੋ, ਸੁਰਤੀ ਨਾਲ ਕਰੋ ਦਰਸ਼ਨ ਗੁਰੂ ਰਾਮਦਾਸ ਜੀ ਦੇ ਘਰ ਦੇ, ਦਰਬਾਰ ਸਾਹਿਬ ਦੇ। ਰੋਜ਼ਾਨਾ ਟੀਵੀ ਤੇ ਵੇਖਦੇ ਹੋ। ਤੇ ਜਦੋਂ ਸਾਰੀ ਕਿਰਪਾ ਵਰਤ ਗਈ ਨਾ, ਤਾਂ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ, ਬੁੱਢਾ ਸਾਹਿਬ ਗੋ ਖੋਲੋ ਗ੍ਰੰਥ, ਬੁੱਢਾ ਸਾਹਿਬ ਖੋਲੋ ਗ੍ਰੰਥ, ਲਿਹੋ ਆਵਾਜ਼ ਸੁਣੇ ਸਭ ਪੰਥ। ਵਾਹਿਗੁਰੂ ਅਦਬ ਸੰਗ ਗ੍ਰੰਥ ਕੋ ਖੋਲਾ, ਲੈ ਆਵਾਜ਼ ਬੁੱਢਾ ਮੁਖ ਬੋਲਾ। ਸੂਹੀ ਮਹੱਲਾ ਪੰਜਵਾ, ਸੰਤਾਂ ਕੇ ਕਾਰਜ, ਸੰਤਾਂ ਕੇ ਕਾਰਜ, ਹਰ ਕੰਮ ਕਰਾਵਣ, ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ, ਅੰਮ੍ਰਿਤ ਜਲ ਛਾਇਆ, ਪੂਰਨ ਸਾਜ ਕਰਾਇਆ, ਸਗਲ ਮਨੋਰਥ ਪੂਰੇ, ਪੂਰਨ ਪੁਰਖ ਅਚੁੱਤ ਅਬਨਾਸੀ, ਜਸ ਵੇਦ ਪੁਰਾਣੀ ਗਾਇਆ, ਆਪਣਾ ਬਿਰਦ ਰੱਖਿਆ ਪਰਮੇਸ਼ਰ, ਨਾਨਕ ਨਾਮ ਧਿਆਇਆ। ਇਹ ਪਹਿਲਾ ਪਦ ਆਇਆ। ਸਤਿਗੁਰੂ ਜੀ ਨੇ ਪਹਿਲਾ ਪ੍ਰਕਾਸ਼ ਜਿਹੜਾ ਹੈ ਉਹ ਸੱਚਖੰਡ ਹਰਿਮੰਦਰ ਸਾਹਿਬ ਵਿਖੇ ਹੋਇਆ। ਸਤਿਗੁਰੂ ਮਹਾਰਾਜ ਨੇ ਆਪਣੀ ਹਜ਼ੂਰੀ ਅੰਦਰੇ ਕਿਰਪਾ ਕੀਤੀ। ਫਿਰ ਸਤਿਗੁਰੂ ਜੀ ਨੇ ਕਿਰਪਾ ਕੀਤੀ, ਬਾਬਾ ਬੁੱਢਾ ਸਾਹਿਬ ਜੀ ਸੇਵਾ ਨਿਭਾਉਂਦੇ ਨੇ। ਪਰ ਇਹ ਸਾਰੀ ਕਿਰਪਾ ਕਿਵੇਂ ਵਰਤੀਏ? ਜਿਸ ਵੇਲੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਆਰੰਭ ਵਿੱਚ ਆ ਜਾਈਏ, ਗੁਰੂ ਰਾਮਦਾਸ ਮਹਾਰਾਜ ਨੇ ਗੁਰਤਾ ਗੱਦੀ ਦਾ ਸਿੰਘਾਸਨ ਬਖਸ਼ਿਆ। ਪਿਤਾ ਜੀ ਨੇ ਬਚਨ ਕਹੇ, ਲਾਹੌਰ ਚੱਲੋ। ਤੇ ਜਦੋਂ ਇਹ ਬਚਨ ਸੁਣੇ ਤਾਂ ਗੁਰੂ ਅਰਜਨ ਦੇਵ ਮਹਾਰਾਜ ਨੇ ਹੱਥ ਬੰਨ੍ਹ ਕੇ ਬੇਨਤੀ ਕੀਤੀ, ਗੁਰੂ ਪਿਤਾ ਕੇ ਸੁਨ ਪਰਮਾਨੇ, ਹਾਥ ਜੋਰ ਕਰ ਬਾਕ ਬਖਾਨੇ, ਇਹ ਤੋ ਕਾਜ ਸੁਗਮ ਮਾ ਮੋਹੇ, ਪਠੋ ਆਪ ਜਿਹ ਆਨੰਦ ਹੋਏ, ਜਹਾਂ ਜੀਵਨ ਮੈਂ ਜੀਵਨ ਸੰਸੈ, ਤਿਹ ਮੋਏ ਆਇਸ ਦੇਹੋ ਨਸੰਸੈ, ਦੇਰ ਨਾ ਕਰੋ ਪਿਤਾ ਜੀ ਊਹਾਂ, ਤੂਰਨ ਪ੍ਰਾਣ ਦੇਹੋ ਮੈਂ ਤਹਾਂ। ਮੈਂ ਲਾਹੌਰ ਜਾਵਾਂਗਾ, ਜਿੱਥੇ ਆਗਿਆ ਹੋਵੇਗੀ ਮੈਂ ਉੱਥੇ ਪਾਤਸ਼ਾਹ ਕਰ ਦਿਆਂਗਾ। ਮੈਂ ਬਚਨ ਬੋਲਦਾ, ਮੇਰੇ ਕੋਲ 3 ਮਿੰਟ ਬਾਕੀ ਬਚੇ ਨੇ। ਜਦੋਂ ਸਮਾਂ ਲੰਘਦਾ ਏ, ਪਹਿਲੀ ਚਿੱਠੀ ਭੇਜਦੇ ਲਿਖਦੇ ਨੇ, ਮੇਰਾ ਮਨ ਲੋਚੈ। ਬੋਲੋ ਜੀ, ਵਿਚਾਰ ਲਈਏ ਬੋਲ, 2 ਮਿੰਟਾਂ 'ਚ ਵਿਚਾਰ ਲੈਣੇ ਨੇ ਆਪਾਂ, ਮੈਨੂੰ ਪਤਾ। ਪਹਿਲਾ ਬੋਲ ਬੋਲਿਆ, ਮੇਰਾ ਮਨ ਲੋਚੈ। ਉਹ ਸਾਰੀ ਚਿੱਠੀ ਪ੍ਰਿਥੀ ਚੰਦ ਦੇ ਕਬਜ਼ੇ ਆ ਗਈ, ਲੋਕਾਈ ਗਈ। ਦੂਜੀ ਆਈ, ਤੇਰਾ ਮੁਖ ਸੁਹਾਵਾ। ਇਹ ਵੀ ਜਿਹੜੀ ਚਿੱਠੀ ਸੀ ਪ੍ਰਿਥੀ ਚੰਦ ਦੇ ਕਬਜ਼ੇ ਆ ਗਈ। ਮੈਂ ਇੱਕੋ ਇੱਕ ਬੋਲ ਲੈ ਰਿਹਾ। ਜਦੋਂ ਤੀਜੀ ਆਈ, ਪਾਤਸ਼ਾਹ ਨੇ ਕਿਹਾ, ਹੁਣ ਜਿਵੇਂ ਕਿਵੇਂ ਆ ਪਿਤਾ ਗੁਰੂ ਰਾਮਦਾਸ ਮਹਾਰਾਜ ਦੇ ਕੋਲ ਪਹੁੰਚਾ ਦੀ। ਉਹ ਤੀਜੀ ਚਿੱਠੀ ਜਿਹੜੀ ਆਈ, ਇੱਕ ਘੜੀ ਨਾ ਮਿਲਤੇ ਤਾਂ ਕਲ ਜੁਗ ਹੋਤਾ, ਸਿੱਖ ਨੇ ਪਹੁੰਚਾ ਦਿੱਤੀ। ਤੀਜਾ ਅੱਖਰ ਪਾਇਆ ਹੋਇਆ ਸੀ। ਪਾਤਸ਼ਾਹ ਜੀ ਕਹਿਣ ਲੱਗੇ, 2 ਚਿੱਠੀਆਂ ਪਹਿਲਾਂ ਵੀ ਆਈਆਂ। ਸਭਾ ਲੱਗੀ, ਪ੍ਰਿਥੀ ਚੰਦ ਆਇਆ। ਮਹਾਰਾਜ ਕਹਿਣ ਲੱਗੇ, ਪ੍ਰਿਥੀ ਚੰਦ ਚਿੱਠੀਆਂ ਹੋਰ ਵੀ ਲਿਆ ਦੇ। ਕਹਿੰਦਾ ਜੀ ਹੁੰਡੀ ਸੀ ਕੋਈ, ਮੈਂ ਲੁਕਾ ਕੇ ਰੱਖਣੀ ਸੀ, ਕਿਉਂ ਝੂਠੇ ਇਲਜ਼ਾਮ ਲਾਉਂਦੇ ਹੋ?
ਮਹਾਰਾਜ ਨੇ ਸਿੱਖ ਨੂੰ ਇਸ਼ਾਰਾ ਕੀਤਾ, ਜਾਓ ਘਰੇ ਕਰਮ ਨੂੰ ਕਿਹਦਾ ਚੋਲਾ ਦੇ ਦੇ, ਚੋਗਾ। ਉਹ ਚੋਗਾ ਸਿੱਖ ਸਹਿਜੇ 'ਚ ਗਿਆ, ਚੋਲਾ ਲੈਣ ਦਾ ਚਿੱਠੀ ਕੱਢ ਦਿੱਤੀ। ਜਿਸ ਵੇਲੇ ਵਾਧ ਘੱਟ ਬੋਲਣ ਲੱਗਾ ਤੇ ਮਹਾਰਾਜ ਕਹਿੰਦੇ ਨਹੀਂ ਬੇਟਾ ਇਹ ਨਹੀਂ ਕਰੀਦਾ, ਕਾਹੇ ਭੂਤ ਝਗਰਤ ਹੋ ਸੰਗ ਬਾਪ, ਜਿਨ ਕੇ ਜਨੇ ਬਡੀਰੇ ਤੁਮ ਹੋ ਤਿਨ ਸਿਓ ਝਗਰਤ ਪਾਪ। ਉਹ ਬੱਚਿਆ ਪਿਓ ਨਾਲ ਲੜੀਦਾ ਨਹੀਂ, ਪਾਪ ਹੁੰਦਾ ਈ, ਪਿਓ ਨਾਲ ਲੜੀਏ ਪਾਪ ਹੁੰਦਾ ਈ। ਤੇ ਜਦੋਂ ਇਹ ਬੋਲ ਸੁਣੇ ਚੁੱਪ ਕਰ ਗਿਆ। ਮਹਾਰਾਜ ਕਹਿੰਦੇ ਅਜੇ ਵੀ ਮੌਕਾ ਹੀ, ਚੌਥਾ ਪਦ ਉਚਾਰਨ ਕਰ ਦੇ। ਹੁਣ ਬਾਣੀ ਤੇ ਰੱਬੀ ਆ ਨਾ, ਧੁਰ ਕੀ ਬਾਣੀ ਤੇ ਉਹਨੂੰ ਬਖਸ਼ਿਸ਼ ਹੋਣੀ ਜਿਹੜੀ ਰੱਬੀ ਰੂਹ ਆਈ ਏ, ਨਾ ਆਇਆ। ਪਾਤਸ਼ਾਹ ਜੀ ਨੇ ਇਸ਼ਾਰਾ ਕੀਤਾ ਅਰਜਨ ਦੇਵ ਜੀ ਵੱਲੇ ਤੇ ਫਿਰ ਚੌਥਾ ਪਦਾ ਆਇਆ, ਭਾਗ ਹੋਆ ਗੁਰ ਸੰਤ ਮਿਲਾਇਆ, ਪ੍ਰਭ ਅਬਨਾਸੀ ਘਰ ਮੈਂ ਪਾਇਆ, ਸੇਵ ਕਰੀ ਪਲ ਚਸਾ ਨਾ ਵਿਛੜਾ, ਜਨ ਨਾਨਕ ਦਾਸ ਤੁਮਾਰੇ ਜੀਓ, ਹਉ ਘੋਲੀ ਜੀਓ ਘੋਲ ਕਮਾਈ, ਜਨ ਨਾਨਕ ਦਾਸ। ਆ ਜੇ ਗੁਰਤਾ ਗੱਦੀ ਦਾ ਸਾਰਾ ਇਤਿਹਾਸ ਲਮੇਰਾ ਜਿੰਨਾ ਮਰਜੀ ਸੁਣਾ ਦਈਏ, ਜਿਹੜੀ ਮੁੱਕ ਦੀ ਗੱਲ ਜੇ। ਅੱਜ ਉਹ ਦਿਵਸ ਮੈਂ ਸਤਿਗੁਰੂ ਜੀ ਦੀ ਰਹਿਮ ਦਾ ਸਦਕਾ ਪਹਿਲਾ ਪ੍ਰਕਾਸ਼ ਗੁਰਤਾ ਗੱਦੀ, ਤਾਂ ਅੱਜ ਦਾ ਸੰਗਰਾਂਦ ਦਾ ਮਹੀਨਾ ਪੜ੍ਹ ਕੇ ਸੁਣਾ ਦਿਆਂ। ਅਸੁਣ ਪ੍ਰੇਮ ਉਮਾਹੜਾ, ਕਿਉਂ ਮਿਲੀਏ ਹਰ ਜਾਏ, ਮਨ ਤਨ ਪਿਆਸ ਦਰਸ਼ਨ ਘਣੀ, ਕੋਈ ਆਣ ਮਿਲਾਵੇ ਮਾਏ, ਸੰਤ ਸਹਾਈ ਪ੍ਰੇਮ ਕੇ, ਹਉ ਤਿਨ ਕੈ ਲਾਗਾ ਪਾਏ। ਇੰਨੀਆਂ ਬੇਨਤੀਆਂ ਪ੍ਰਵਾਨ ਸਤਿਗੁਰੂ ਜੀ ਬਖਸ਼ਿਸ਼ ਕਰਨ, ਸਾਡਾ ਗਾਵਿਆ ਸੁਣਿਆ ਦਰ ਤੇ ਪ੍ਰਵਾਨ ਕਰਨ। ਨਾਮ ਦੀ ਦਾਤ, ਗੁਰਸਿੱਖੀ ਜੀਵਨ ਦੀ ਦਾਤ, ਅੰਮ੍ਰਿਤ ਬਚਨਾਂ ਦੀ ਸਾਂਝ ਪਾਉਂਦਿਆਂ ਬੇਅੰਤ ਭੁੱਲਾਂ ਦੀਆਂ ਮਾਫੀਆਂ ਜੀ। ਸਾਰੀ ਸੰਗਤ ਰਲ ਮਿਲ ਕੇ ਗੱਜ ਕੇ ਬੁਲਾਓ ਫਤਿਹ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।